तकरीबन 2.25 ਲੱਖ ਲੋਕ ਆਪਣੀ ਜਾਨ ਗਵਾ ਦਿੰਦੇ ਜਦੋਂ ਐਕਸੀਡੈਂਟ ਹੋ ਜਾਂਦਾ ਹੈ। ਜੇ ਅਸੀਂ ਨਵੇਂ ਸ਼ਹਿਰ ਦੀ ਵੀ ਗੱਲ ਕਰੀਏ, ਮੈਂ ਇੱਥੋਂ ਦੇ ਅੰਕੜੇ ਪਹਿਲਾਂ ਬੜੀ ਵਾਰ ਸਮਝਾਇਆ ਕਿ ਨਵਾਂ ਸ਼ਹਿਰ ਐਂਡ ਸਰਾਊਂਡਿੰਗ ਜਾਂ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਬਹੁਤ ਐਕਸੀਡੈਂਟ ਹੁੰਦੇ ਆ। ਜਿਹੜਾ ਇੱਕ ਜਨਰਲ ਸਰਜਨ ਆ ਔਰ ਟਰਾਮਾ ਸੇਵੀਅਰ ਜਿਹੜੀ ਟੀਮ ਹੈ, ਜਿਹੜਾ ਟਰਾਮਾ ਦਾ ਸਰਜਨ ਹੈ, ਉਹਨਾਂ ਵਿੱਚ ਕੀ ਫਰਕ ਹੁੰਦਾ ਜੀ? ਦੇਖੋ, ਜਨਰਲ ਸਰਜਨ ਆਪਾਂ ਇੱਕ ਬ੍ਰਾਂਚ ਨੂੰ ਕਹਿ ਰਹੇ ਹਾਂ। ਆਪਾਂ ਟਰਾਮਾ ਸੈਂਟਰ ਜਿਹੜਾ ਟਰਾਮਾ ਫੀਲਡ ਟਰਾਮਾ ਸੇਵੀਅਰ ਜਿਹੜਾ ਵਰਡ ਯੂਜ਼ ਕਰ ਰਹੇ ਹਾਂ, ਉਹ ਆਪਾਂ ਕੀ ਕਰ ਰਹੇ ਹਾਂ, ਇਟਸ ਅ ਗਰੁੱਪ ਆਫ ਟੀਮ। ਕਿਉਂਕਿ ਆਪਾਂ ਸਾਰੇ ਇੱਕ ਸੈਂਟਰ ਦੇ ਵਿੱਚ ਅਵੇਲੇਬਲ ਆ ਉਸੇ ਟਾਈਮ ਤੇ। ਸਾਨੂੰ ਮਰੀਜ਼ ਨੂੰ ਆਲੇ ਦੁਆਲੇ ਸ਼ਿਫਟ ਨਹੀਂ ਕਰਨਾ ਪੈਣਾ ਜਾਂ ਸਾਨੂੰ ਕੋਈ ਡਾਕਟਰ ਹੋਰ ਬੁਲਾਉਣਾ ਨਹੀਂ ਪੈਣਾ ਬਾਹਰੋਂ। ਐਕਸੀਡੈਂਟ ਹੋਇਆ, ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਐਮਰਜੈਂਸੀ ਦੇ ਵਿੱਚ ਇਸੇ ਕਰਕੇ ਲਿਜਾਇਆ ਜਾਂਦਾ ਹੈ ਕਿ ਉੱਥੇ ਉਹਦਾ ਪ੍ਰੋਪਰ ਡਾਇਗਨੋਸਿਸ ਬਣ ਸਕੇ। ਸੋ ਉੱਤੇ ਡਿਪੈਂਡ ਕਰੇਗਾ ਉਸ ਟਾਈਮ ਉਹਦਾ ਬੀਪੀ ਕੀ ਚੱਲ ਰਿਹਾ, ਉਹਦੇ ਕਿਹੜੀ ਇੰਜਰੀ ਹੈ, ਉਹਦਾ ਸਾਹ ਕਿਵੇਂ ਚੱਲ ਰਹੇ ਹੈਗੇ ਆ, ਉਹਦੇ ਬਾਕੀ ਇੰਜਰੀਆਂਸ ਕਿੰਨੀਆਂ ਔਰ ਟੋਟਲ ਇੰਜਰੀਆਂਸ ਕਿੰਨੀਆਂ ਹੈਗੀਆਂ, ਉਹਦੀ ਏਜ ਕਿੰਨੀ ਹੈ, ਮਲਟੀਪਲ ਫੈਕਟਰਸ ਹੁੰਦੇ ਆ। ਸੋ ਇੱਕ ਚੈੱਕਲਿਸਟ ਹੁੰਦੀ ਹੈ ਟਰਾਮਾ ਟੀਮ ਦੀ। ਜੇ ਪੇਸ਼ੈਂਟ ਕੋਈ ਅਨਕੌਂਸ਼ੀਅਸ ਹੋ ਗਿਆ, ਕਿਸੇ ਨੂੰ ਦੌਰਾ ਪੈ ਗਿਆ, ਮਿਰਗੀ ਆ ਗਈ, ਮੂੰਹ ਚੋਂ ਝੱਗ ਨਿਕਲ ਗਈ, ਕਦੀ ਵੀ ਲੋਕੀ ਆਪਣੀ ਉਂਗਲਾਂ ਵਿੱਚ ਪਾਉਣ ਲੱਗ ਪੈਂਦੇ ਆ। ਸਾਡੇ ਜਬਾੜੇ ਦਾ ਮਸਲ ਸਭ ਤੋਂ ਸਟਰੋਂਗ ਮਸਲ ਹੁੰਦਾ ਪੂਰੀ ਬੋਡੀ 'ਚ, ਵਨ ਆਫ ਦਾ ਸਟਰੋਂਗੈਸਟ ਮਸਲ, ਮੈਸੇਟਰ ਮਸਲ ਕਹਿੰਦੇ ਉਹਨੂੰ। ਉਹ ਇੰਨਾ ਸਟਰੋਂਗ ਹੁੰਦਾ ਹੈ ਕਿ ਉਂਗਲ ਪੂਰੀ ਟੁੱਕ ਸਕਦਾ। ਆਈਵੀਵਾਈ ਹਸਪੀਟਲ ਦੀ ਗੱਲ ਕਰੀਏ, ਸਪੋਜ਼ ਕਿਤੇ 2 ਐਕਸੀਡੈਂਟ ਹੋ ਗਏ, ਰੱਬ ਨਾ ਕਰੇ ਵੈਸੇ ਕਿਸੇ ਦਾ ਹੋਵੇ, ਇੱਥੇ ਕੋਈ 2 ਐਮਰਜੈਂਸੀ ਸਿਚੁਏਸ਼ਨ ਆ ਜਾਂਦੀ ਹੈ, ਤਾਂ ਕਿੰਨੀ ਸਮਰੱਥਾ ਹੈ ਆਈਵੀਵਾਈ ਕੋ? 2 ਪੇਸ਼ੈਂਟ ਇੱਕ ਟਾਈਮ ਤੇ ਦੇਖਿਆ ਜਾ ਸਕਦਾ? बिल्कुल देखा जा सकता, क्योंकि साढ़े को 3 ऑपरेशन थिएटर हैं। अच्छा जी। और एमरजेंसी च अपने को 5 बैड पेशेंट ਨੂੰ ਐਟ ਅ ਟਾਈਮ ਅਸੈਸ ਕਰਨ ਦੇ ਲਈ ਹੈਗੇ। ਰੀਸੈਂਟਲੀ ਇੱਕ ਇਨਸੀਡੈਂਟ ਹੋਇਆ ਸੀ, 2 ਹੈਡ ਇੰਜਰੀ ਸਵੇਰੇ ਸੀਵੀਅਰ ਆਈ ਸੈਟਰਡੇ ਨੂੰ। both had to be operated on the same time, but availability of the surgeon and availability of the instruments and everything at a time, only one crucial part, ਕਿਉਂਕਿ ਇੱਦਾਂ ਨਹੀਂ ਕਰ ਸਕਦੇ ਇੱਕ ਨੂੰ ਲੈ ਜਲੀ ਉਹਦਾ ਅੱਧਾ ਕੰਮ ਕਰਕੇ ਦੂਜੇ ਨੂੰ ਵੀ ਵਿੱਚ ਵਾੜ ਲਈ, ਇੱਦਾਂ ਨਹੀਂ ਹੁੰਦਾ ਹੈ ਨਾ। ਤੋ ਯੈਸ, ਡਿਪੈਂਡਸ ਅਪਨ ਇੰਜਰੀ। ਯੈਸ, ਡਿਪੈਂਡਸ ਅਪਨ ਇੰਜਰੀ। ਮਤਲਬ ਆਈ ਹੈਵ ਟੂ ਬੀ ਵੈਰੀ ਕਲੀਅਰ ਐਂਡ ਟ੍ਰਾਂਸਪੇਰੈਂਟ। ਚਲੋ ਡਾਇਰੈਕਟ ਇੰਜਰੀ ਆ ਜਾਂਦੀ ਹੈ, ਪੇਸ਼ੈਂਟ ਦਾ ਬਹੁਤ ਨੁਕਸਾਨ ਹੋ ਜਾਂਦਾ, ਚਿਹਰੇ ਦਾ ਬਹੁਤ ਕੱਟਸ ਲੱਗ ਜਾਂਦੇ ਆ, ਤਾਂ ਉਹਨੂੰ ਵੀ ਇੱਥੇ ਠੀਕ ਕੀਤਾ ਜਾ ਸਕਦਾ? ਬਿਲਕੁਲ ਜੀ, ਉਹ ਪਲਾਸਟਿਕ ਸਰਜਰੀ ਦੇ ਅੰਡਰ ਹੀ ਹੁੰਦਾ ਹੈ ਸਾਰਾ। ਡਿਸਫਿਗਰਮੈਂਟ ਆਫ ਫੇਸ ਜਿਹੜੀ ਆਪਾਂ ਉਹ ਸਾਰੀ ਇਹਦੇ ਵਿੱਚ ਮੇਰੀ ਸਪੈਸ਼ਲਿਟੀ ਦੇ ਅੰਦਰ ਅਸੀਂ ਹੈਂਡਲ ਕਰਦੇ ਹਾਂ। ਕੋਈ ਵੀ ਫੇਸ਼ੀਅਲ ਇੰਜਰੀ ਹੋਵੇ, ਜੇ ਸਪੋਜ਼ ਆਪਾਂ ਕਹੀਏ ਟਰਾਮਾ ਹੋਇਆ, ਮੂੰਹ ਦੀ ਹੱਡੀਆਂ ਟੁੱਟ ਗਈਆਂ, ਉਹ ਸਾਰਾ ਅਸੀਂ ਅੰਦਰੋਂ ਦੁਬਾਰਾ ਬਣਤਰ ਜਿਹੜੀ ਹੈਗੀ ਪਲੇਟਿੰਗ ਕਰਕੇ ਸਟਿਚਸ ਦੇ ਨਿਸ਼ਾਨ ਤਾਂ ਨਹੀਂ? ਅਸੀਂ ਇੰਟਰਾਓਰਲੀ ਜਾਂਦੇ ਹਾਂ, ਮੂੰਹ ਦੇ ਅੰਦਰੋਂ ਜਾਂਦੇ ਹਾਂ, ਬਾਹਰ ਕੋਈ ਨਿਸ਼ਾਨ ਨਹੀਂ ਹੁੰਦਾ। 5 ਡਾਕਟਰ ਜਾਂ 6 ਡਾਕਟਰ ਜਿਹੜੇ ਟਰਾਮਾ ਟੀਮ ਦੀ ਗੱਲ ਕਰ ਰਹੇ ਆ, ਐਕਚੁਅਲ ਵਿੱਚ ਪਿੱਛੇ ਸਪੋਰਟਿੰਗ ਸਟਾਫ ਜਿਹੜੀ ਹੈ ਉਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਸਾਡੇ ਕੋਲ ਆਈਵੀ ਹਸਪੀਟਲ ਨਵਾਂ ਸ਼ਹਿਰ 'ਚ 120 ਪਲੱਸ ਨਰਸਿੰਗ ਸਟਾਫ ਹੈ। ਲਾਈਜ਼ ਹੋ ਕੇ ਆਇਆ, ਉਹਦਾ ਪਰਿਵਾਰ ਵੀ ਜਿਹੜਾ ਬੜਾ ਘਬਰਾਇਆ ਹੁੰਦਾ। ਜਦੋਂ ਪੇਸ਼ੈਂਟ ਦੂਜੇ ਤੀਜੇ ਦਿਨ ਰਿਕਵਰ ਹੋ ਕੇ ਠੀਕ ਹੋ ਜਾਂਦਾ, ਜਦੋਂ ਉਹਨੂੰ ਮਿਲਦੇ ਹੋ ਫਿਰ ਕਿੰਨੀ ਸੈਟੀਸਫੈਕਸ਼ਨ ਮਿਲਦੀ ਹੈ ਕਿ ਲਾਈਫ ਬਚਾ ਲਈ ਇਹਦੀ? ਜੀ, ਇਹਦੇ ਨਾਲੋਂ ਵਧੀਆ ਖੁਸ਼ੀ ਦੀ ਗੱਲ ਸਾਡੇ ਵਾਸਤੇ ਨਹੀਂ ਹੁੰਦੀ ਜੀ। ਸਵਾਗਤ, PB 32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਦਿਨੇਸ਼ ਸੂਰੀ। ਦੋਸਤੋ, ਅੱਜ ਦੀ ਜਿਹੜੀ ਵੀਡੀਓ ਹੈ ਉਹ ਬਹੁਤ ਖਾਸ ਹੋਣ ਵਾਲੀ ਹੈ, ਬਹੁਤ ਮਹੱਤਵਪੂਰਨ ਹੋਣ ਵਾਲੀ ਹੈ। ਮੈਂ ਚਾਹਾਂਗਾ ਤੁਸੀਂ ਵੀਡੀਓ ਦੇ ਆਖਰ ਤੱਕ ਬਣੇ ਰਹੋ, ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜਦ ਕਿਤੇ ਕੋਈ ਦੁਰਘਟਨਾ ਹੋ ਜਾਂਦੀ ਹੈ, ਐਕਸੀਡੈਂਟ ਹੋ ਜਾਂਦਾ ਹੈ, ਕਿਹੜੀਆਂ ਚੀਜ਼ਾਂ ਨੂੰ ਗੰਭੀਰ ਲੈਣਾ ਚਾਹੀਦਾ ਤੇ ਕਿਹੜੀਆਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ। ਐਗਜ਼ਾਮਪਲ ਦੇ ਤੌਰ ਤੇ ਦੱਸਾਂ ਕਿ ਪਿੱਛੇ ਜੇ ਕੋਵਿਡ ਦੀ ਮਹਾਮਾਰੀ ਆਈ ਸੀ, ਜਿਹਦੇ ਵਿੱਚ ਲੱਖਾਂ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ, ਪਰ ਇੱਕ ਬਿਮਾਰੀ ਹੋਰ ਵੀ ਹੈ ਜਿਸ ਦੇ ਕਰਕੇ ਤਕਰੀਬਨ 2.25 ਲੱਖ ਜਿਹੜੇ ਭਾਰਤੀ ਆ ਉਹ ਆਪਣੀ ਜਾਨ ਗਵਾ ਦਿੰਦੇ ਆ। ਇਹ ਸਰਕਾਰੀ ਅੰਕੜੇ ਆ, ਸਰਕਾਰੀ ਅਨੁਮਾਨ ਹੈ, ਤੇ ਉਹ ਬਿਮਾਰੀ ਹੈ ਜੀ ਰੋਡ ਤੇ ਜਦੋਂ ਐਕਸੀਡੈਂਟ ਹੋ ਜਾਂਦਾ। ਔਰ ਬੜੀ ਹੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਬਿਮਾਰੀ ਦੀ ਕੋਈ ਵੈਕਸੀਨ ਨਹੀਂ ਬਣੀ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਪਰ ਜੇ ਵੈਕਸੀਨ ਹੈ ਤਾਂ ਉਹ ਹੈ ਜੀ ਟਰਾਮਾ ਸੈਂਟਰ। ਔਰ ਜਿਹੜਾ ਟਰਾਮਾ ਸੈਂਟਰ ਹੁੰਦਾ ਜਾਂ ਟਰਾਮਾ ਸੇਵੀਅਰ ਜਿਹੜੇ ਡਾਕਟਰ ਹੁੰਦੇ ਆ, ਉਹ ਜੀ ਜਾਨ ਲਾ ਕੇ ਕੋਸ਼ਿਸ਼ ਕਰਦੇ ਆ ਕਿ ਜਿਹੜਾ ਪੇਸ਼ੈਂਟ ਐਕਸੀਡੈਂਟ ਕਰਕੇ ਉਹਨਾਂ ਕੋਲ ਪਹੁੰਚਿਆ ਉਹਦੀ ਜਾਨ ਬਚਾਈ ਜਾ ਸਕੇ। ਔਰ ਟਰਾਮਾ ਸੈਂਟਰ ਜਿਹੜਾ ਹੁੰਦਾ ਉਹ ਸਪੈਸ਼ਲਾਈਜ਼ਡ ਜਗ੍ਹਾ ਹੁੰਦੀ ਹੈ, ਸਪੈਸੀਫਿਕ ਜਗ੍ਹਾ ਹੁੰਦੀ ਹੈ ਜਿੱਥੇ ਪੇਸ਼ੈਂਟ ਦੀ ਜਾਨ ਬਚਾਈ ਜਾਂਦੀ ਹੈ। ਤੇ ਇਸੇ ਲੜੀ ਨੂੰ ਅੱਗੇ ਜੋੜੀਏ, ਇਸ ਸਮੇਂ ਅਸੀਂ ਆਈਵੀਵਾਈ ਹਸਪੀਟਲ ਵਿਖੇ ਮੌਜੂਦ ਹਾਂ, ਨਵਾਂ ਸ਼ਹਿਰ ਵਿਖੇ ਮੌਜੂਦ ਹਾਂ, ਔਰ ਟਰਾਮਾ ਸੇਵੀਅਰ ਦੀ ਟੀਮ ਸਾਡੇ ਨਾਲ ਹੈ। ਔਰ ਆਈਵੀਵਾਈ ਹਸਪੀਟਲ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਹਨਾਂ ਨੇ ਇੱਥੇ 9 ਮਹੀਨੇ ਦੇ ਬੱਚੇ ਦਾ ਔਰ ਤਕਰੀਬਨ 100 ਸਾਲ ਦੇ ਬਜ਼ੁਰਗ ਦਾ ਵੀ ਆਪਰੇਸ਼ਨ ਕੀਤਾ ਹੈ, ਉਹਨਾਂ ਦੀ ਜਾਨ ਬਚਾਈ ਹੈ ਜਦੋਂ ਕ੍ਰਿਟੀਕਲ ਸਿਚੁਏਸ਼ਨ ਵਿੱਚ ਸੀਗੀ। ਤਾਂ ਇੱਕ ਵਾਰੀ ਆਪਾਂ ਸਾਰਿਆਂ ਨੂੰ ਤੁਹਾਨੂੰ ਇੰਟਰੋਡਿਊਸ ਕਰਾਂਗੇ, ਉਸ ਤੋਂ ਬਾਅਦ ਸਵਾਲ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਜਿਹੜੇ ਜਿਵੇਂ ਪਹਿਲਾਂ ਕਿਹਾ ਕਿ ਮਹੱਤਵਪੂਰਨ ਬਹੁਤ ਹੋ ਜਾਂਦਾ ਹੈ ਜਦੋਂ ਐਕਸੀਡੈਂਟ ਹੋ ਜਾਂਦਾ ਕਿ ਕਿਹੜੀਆਂ ਚੀਜ਼ਾਂ ਦਾ ਬਚਾਅ ਕਰਨਾ ਹੈ, ਕਿਹਨਾਂ ਨੂੰ ਸੀਰੀਅਸਲੀ ਲੈਣਾ। ਸਾਡੇ ਨਾਲ ਨੇ ਡਾਕਟਰ ਸੰਦੀਪ ਜੀ, ਡਾਕਟਰ ਕਰਨ ਜੀ, ਡਾਕਟਰ ਪ੍ਰਭਜੀਤ ਜੀ ਅਤੇ ਡਾਕਟਰ ਗੌਰਵ ਜੀ।
ਸਰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ। ਔਰ ਅੱਜ ਦੀ ਵੀਡੀਓ ਜਿਹੜੀ ਆ ਬੜੀ ਇਨਫੋਰਮੇਟਿਵ ਹੋਣ ਵਾਲੀ ਹੈ। ਆਪਾਂ ਅਵੇਅਰਨੈਸ ਲੈ ਕੇ ਆਣੀ ਆ, ਅਵੇਕਿੰਗ ਕਰਨਾ ਹੈ ਤਾਂ ਜੋ ਲੋਕਾਂ ਅੰਦਰ ਜਾਗਰਤੀ ਆਵੇ ਕਿ ਟਰੋਮਾ ਸੈਂਟਰ ਹੁੰਦਾ ਕੀ ਆ, ਜਦੋਂ ਕਿਤੇ ਕ੍ਰਿਟੀਕਲ ਸਿਚੁਏਸ਼ਨ ਆ ਜਾਂਦੀ ਆ ਸਭ ਤੋਂ ਪਹਿਲਾਂ ਕੀ ਕਰਨਾ। ਡਾਕਟਰ ਸੰਦੀਪ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਜਦੋਂ ਕਿਤੇ ਇਦਾਂ ਦੀ ਕ੍ਰਿਟੀਕਲ ਸਿਚੁਏਸ਼ਨ ਆ ਜਾਂਦੀ ਹੈ ਸਭ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਔਰ ਖਾਸ ਕਰਕੇ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ? ਜਸਟ ਇੰਟਰੋਡਕਸ਼ਨ 'ਚ ਅਸੀਂ ਰੋਡ ਸਾਈਡ ਐਕਸੀਡੈਂਟ 'ਚ ਵੀ ਸਭ ਤੋਂ ਬੜਾ ਇੰਪੋਰਟੈਂਟ ਹੈ ਪੇਸ਼ੈਂਟ ਨੂੰ ਉੱਥੋਂ ਸ਼ਿਫਟ ਕਰਨਾ, ਜੀ ਕਿਸ ਪੋਜੀਸ਼ਨ 'ਚ ਸ਼ਿਫਟ ਕਰਨਾ ਔਰ ਉਹਦਾ ਕਿ ਉਸ ਟਾਈਮ ਉਹਨੂੰ ਕੀ ਖਾਣ ਪੀਣ ਦੇ ਲਈ ਅਲਾਉ ਨਹੀਂ ਕਰਨਾ। ਔਰ ਬੈਟਰ ਟੀਮ ਜੋ ਜਿੱਥੇ ਉਹਨੂੰ ਟਰਾਂਸਪੋਰਟ ਕਰਦੀ ਹੈ ਤਾਂ ਟਰਾਂਸਪੋਰਟੇਸ਼ਨ ਸ਼ੁੱਡ ਵੀ ਵਧੀਆ ਹੋਣਾ ਚਾਹੀਦਾ, ਤਰੀਕੇ ਨਾਲ ਹੋਣਾ ਚਾਹੀਦਾ। ਪੇਸ਼ੈਂਟ ਦਾ ਜਿੱਥੇ ਵੀ ਐਕਸੀਡੈਂਟ ਹੋ ਰਿਹਾ ਹੈ ਉਹਨੂੰ ਟਾਈਮਲੀ ਪਹੁੰਚੇ, ਉਹਦੇ ਫਸਟ ਏਡ ਦੀ ਫੈਸਿਲਿਟੀ ਹੋਏ, ਜਿੱਥੇ ਉਹ ਬਲੀਡਿੰਗ ਹੋ ਰਹੀ ਹੈ ਉਹ ਘੱਟੋ ਘੱਟ ਉਹਨੂੰ ਉਸ ਟਾਈਮ ਡਰੈਪ ਕੀਤਾ ਜਾਏ, ਬੰਦ ਦਿੱਤਾ ਜਾਵੇ ਕੱਸ ਕੇ। ਯੈਸ। ਔਰ ਸਪਾਈਨ ਦੇ ਡਾਕਟਰ ਸਾਹਿਬ ਇੱਥੇ ਹੈਗੇ, ਹੈਡ ਦੇ ਡਾਕਟਰ ਸਾਹਿਬ ਹੈਗੇ। ਅਸੀਂ ਜਿੱਦਾਂ ਮੰਨ ਲਓ ਕੋਈ ਵੀ ਐਕਸੀਡੈਂਟ ਕੇਸ ਆਉਂਦਾ ਉਸ ਟਾਈਮ ਤੱਕ ਇਹ ਨਹੀਂ ਪਤਾ ਹੁੰਦਾ ਕਿ ਵੀ ਕਿਸ ਸਰੀਰ ਦੇ ਹਿੱਸੇ 'ਚ ਉਹਨੂੰ ਚੋਟ ਪਹੁੰਚੀ, ਮਤਲਬ ਕਿਹੜੀ ਸੱਟ ਜਾਨਲੇਵਾ ਹੋ ਸਕਦੀ ਹੈ ਉਹ ਡਾਇਗਨੋਸ ਕਰਨਾ ਜ਼ਰੂਰੀ ਹੈ। हाँ, तो डायग्नोसिस के लिए सब तो पहले रैपिड रिस्पांस टीम तक पहुंचना जरूरी है कि भाई उन्होंने लेके तुरंत जो ट्रॉमा सेंटर का पर्पस क्यों आज इम्पोर्टेंट हो गया है, क्योंकि एक ही फ्लोर के ऊपर ही एक छत के नीचे सारे जो माहिर डॉक्टर हैं, पूरी टीम है, वो ये नहीं कि असी खाली हैड इंजरी दे लेंदे हैं या असी खाली लैग दा लेंदे हैं, पेट दा नहीं लेंदे। इस तरह की टीम, क्योंकि वो टाइम बहुत क्रिटिकल होता है। एक पेशेंट ਨੂੰ ਅਸੀਂ ਇੱਕ ਜਗ੍ਹਾ 4 5 6 ਡਾਕਟਰ ਦੀ ਪੂਰੀ ਟੀਮ ਹੁੰਦੀ ਹੈ। ਇਸ ਵਿੱਚ ਸਾਡੇ 2 ਐਨਸਥੈਟਿਸਟ ਵੀ ਹੋਰ ਮੌਜੂਦ ਹੈਗੇ ਜੋ ਅਸੀਂ ਕ੍ਰਿਟੀਕਲ ਟਰਾਮਾ ਟੀਮ ਦੇ ਵਿੱਚ ਆਉਂਦੇ। तो ਅਸੀਂ 4 जो महकमे जो मेन महकमे हैं वो जरूरी होना, क्योंकि उस ਵਿੱਚ ये नहीं शरीर ਦੇ इंपॉर्टेंट पार्ट्स जो है ब्रेन, फेस, सारी बोन्स और एब्डोमेन, चेस्ट, सब तो ज़्यादा इंपॉर्टेंट जो है ये सारे अंग है। ਇਹਨਾਂ ਦੇ ਲਈ ਅਸੀਂ ਇਹ ਨਹੀਂ ਕਿ ਪੂਰੀ ਟੀਮ ਹੋਣੀ ਜ਼ਰੂਰੀ ਹੈ ਔਰ ਟੀਮ ਦੇ ਨਾਲ ਨਾਲ ਇਨਫਰਾਸਟ੍ਰਕਚਰ, ਫੈਸਿਲਿਟੀਜ਼, ਉਹ ਸਾਰੀ ਸਿਸਟਮੈਟਿਕ ਅਪਰੋਚ ਤੁਸੀਂ ਕਹਿਣਾ ਚਾਹੁੰਦੇ? ਸਿਸਟਮੈਟਿਕ ਅਪਰੋਚ ਨਾਲ ਉਸ ਦਾ ਪ੍ਰੋਪਰ ਟਾਈਮ ਨਾਲ ਇਲਾਜ ਕਰਾਇਆ ਜਾਏ। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਸ ਵਿੱਚ ਐਸਪੈਕਟ ਹੈਗੇ ਜੀ। ਡਾਕਟਰ ਕਰਨ ਜੀ, ਜਦੋਂ ਕਿਤੇ ਇਦਾਂ ਦੀ ਕ੍ਰਿਟੀਕਲ ਸਿਚੁਏਸ਼ਨ ਆ ਜਾਂਦੀ ਹੈ, ਅਣਹੋਣੀ ਘਟਨਾ ਹੋ ਜਾਂਦੀ ਹੈ, ਤਾਂ ਕਿੰਨੇ ਟਾਈਮ ਪੀਰੀਅਡ ਦੇ ਅੰਦਰ ਜਿਹੜਾ ਪੇਸ਼ੈਂਟ ਹੈ ਟਰੋਮਾ ਅਗਰ ਸੈਂਟਰ ਵਿੱਚ ਪਹੁੰਚ ਜਾਂਦਾ ਉਹਦੀ ਲਾਈਫ ਸੇਵ ਹੋ ਸਕਦੀ ਹੈ ਜੀ? ਦੇਖੋ, ਟਰਾਮਾ ਦਾ ਮੇਨ ਜੋ ਪ੍ਰੋਟੋਕਾਲ ਹੈ ਉਹਦੇ ਵਿੱਚ ਇਹੀ ਹੈ ਕਿ ਵੀ ਜਦੋਂ ਤੁਸੀਂ ਰੋਡ ਸਾਈਡ ਐਕਸੀਡੈਂਟ ਹੋਇਆ ਉੱਥੇ ਜਿਹੜੇ ਵੀ ਫਸਟ ਰਿਸਪੌਂਸਿਵ ਟੀਮ ਪਹੁੰਚੀ ਹੈ, ਵੈਦਰ ਕੋਈ ਵੀ ਨਾਲ ਤੁਰੇ ਜਾਂਦੇ ਲੋਕ ਨੇ ਜਾਂ ਕੋਈ ਐਂਬੂਲੈਂਸ ਵਾਲੇ ਪਹੁੰਚੇ ਜਾਂ ਕੁਝ, ਉਹ ਉਹਨਾਂ ਨੂੰ ਸ਼ਿਫਟ ਕਰਨ ਇੱਕ ਉਸ ਇਹੋ ਜਿਹੇ ਸੈਂਟਰ ਤੇ ਇਮੀਡੀਏਟਲੀ ਵਿਦਿਨ 1 ਆਰ ਆਈ ਸੇ ਕਿ ਉਹ ਸ਼ਿਫਟ ਹੋ ਜਾਣਾ ਚਾਹੀਦਾ। ਪਹਿਲਾ 1 ਘੰਟਾ ਬਹੁਤ ਕ੍ਰੂਸ਼ੀਅਲ ਹੈ। ਦੇਖੋ, ਟਰਾਮਾ ਟੀਮ ਦੇ ਵਿੱਚ ਐਵਰੀ ਮਿੰਟ ਇਜ਼ ਕ੍ਰੂਸ਼ੀਅਲ। ਆਪਾਂ ਇਹ ਨਹੀਂ ਕਹਿ ਸਕਦੇ ਕਿ ਪਹਿਲਾ ਘੰਟਾ ਕ੍ਰੂਸ਼ੀਅਲ ਹੈ, ਐਵਰੀ ਮਿੰਟ ਇਜ਼ ਕ੍ਰੂਸ਼ੀਅਲ। ਤੁਸੀਂ ਉਸ ਟਾਈਮ ਤੇ ਉੱਥੇ ਡਾਇਗਨੋਜ਼ ਨਹੀਂ ਕਰ ਸਕਦੇ ਕਿ ਇਹਨੂੰ ਕਿਹੜੀ ਇੰਜਰੀ ਹੋਈ ਹੈ, ਠੀਕ ਹੈ ਜੀ। ਤਾਂ ਉਸ ਵੇਲੇ ਜਿਹੜਾ ਪੇਸ਼ੈਂਟ ਨੂੰ ਸ਼ਿਫਟ ਉਸ ਥਾਂ ਤੇ ਕੀਤਾ ਜਾਵੇ ਜਿੱਥੇ ਇੱਕੋ ਛੱਤ ਥੱਲੇ ਸਭ ਕੁਝ ਅਵੇਲੇਬਲ ਹੋਵੇ, ਜੋ ਕਿ ਇੱਕ ਟਰਾਮਾ ਸੈਂਟਰ ਦੇ ਵਿੱਚ ਹੁੰਦਾ ਹੈ। ਸਾਰੇ ਡਾਕਟਰਸ ਅਵੇਲੇਬਲ ਹੋਣ, ਆਉਂਦੇ ਹੀ ਪੇਸ਼ੈਂਟ ਨੂੰ ਜੋ ਰਿਸੈਸੀਟੇਟ ਕਰਨ ਦਾ ਪ੍ਰੋਟੋਕਾਲ ਹੈ ਉਹ ਫੋਲੋ ਹੋਵੇ, IV ਫਲੂਇਡਸ ਲੱਗਣ, BP ਮੋਨੀਟਰ ਹੋਣ, ਟੈਸਟ ਸਾਰੇ ਭੇਜੇ ਜਾਣ, ਸਿਰ ਦੀ ਸੱਟ ਲਈ CT ਸਕੈਨ ਅਵੇਲੇਬਲ ਹੋਵੇ ਉਸ ਹਸਪਤਾਲ ਦੇ ਵਿੱਚ। ਤੇ ਸਭ ਕੁਝ IV ਵਾਈਜ਼ ਅਵੇਲੇਬਲ ਹੈ, ਸਭ ਕੁਝ ਅਵੇਲੇਬਲ ਹੈ ਜੀ ਇਸ ਹਸਪੀਟਲ 'ਚ ਇੱਕੋ ਛੱਤ ਥੱਲੇ। ਤੇ ਉਹਨਾਂ ਨੂੰ ਅਵੇਲੇਬਲ ਉਸ ਡਿਪਾਰਟਮੈਂਟ ਦੇ ਨਾਲ ਉਸ ਬਾਕੀ ਪਾਰਟਿਕੂਲਰ ਫੀਲਡਸ ਦੇ ਡਾਕਟਰ, ਜਿਵੇਂ ਕਿ ਜਿੱਦਾਂ ਡਾਕਟਰ ਸਾਹਿਬ ਕਹਿ ਕੇ ਹਟੇ ਨੇ ਕਿ ਜਿਹੜੇ 4 ਇੰਪੋਰਟੈਂਟ ਪਾਰਟਸ ਨੇ, ਸਭ ਤੋਂ ਇੰਪੋਰਟੈਂਟ ਇਜ਼ ਬ੍ਰੇਨ। ਉਹ ਨਿਊਰੋ ਸਰਜਨ ਬ੍ਰੇਨ ਦੇ ਮਾਹਿਰ ਡਾਕਟਰ ਸਾਡੇ ਕੋਲ ਹੈਗੇ ਆ ਜੀ, ਫੁੱਲ ਟਾਈਮ ਅਵੇਲੇਬਲ ਨੇ। ਫਿਰ ਆ ਗਏ ਜੀ ਹੱਡੀਆਂ ਦੇ ਜਿਹੜੇ ਡਾਕਟਰ ਹੈ, ਕੋਈ ਵੀ ਟਰਾਮਾ ਹੋਇਆ, ਕੋਈ ਫ੍ਰੈਕਚਰਸ ਹੋਏ, ਉਹ ਸਾਡੇ ਕੋਲ ਫੁੱਲ ਟਾਈਮ ਆਰਥੋਪੈਡਿਸ਼ੀਅਨਸ ਹੈਗੇ ਡਾਕਟਰ ਪ੍ਰਭਜੀਤ ਤੋਂ। ਮੇਰਾ ਜੇ ਕੋਈ ਫੇਸ਼ੀਅਲ ਇੰਜਰੀ ਹੋਈ, ਮੂੰਹ ਦੀ ਹੱਡੀਆਂ ਟੁੱਟ ਗਈਆਂ ਜਾਂ ਕੋਈ ਹੱਥ ਕੱਟ ਗਏ ਜਾਂ ਕੋਈ ਮੇਨ ਵੈਸਲ ਹੱਡੀ ਟੁੱਟੀ ਹੋਣੇ, ਇੱਕ ਨਾਲ ਮੇਨ ਖੂਨ ਦੀ ਨਸ ਕੱਟਤੀ, ਤਾਂ ਉਹਦੇ ਵਿੱਚ ਅਸੀਂ ਜਿਹੜਾ ਆਪਰੇਸ਼ਨ ਕਰਨਾ ਨਸ ਦਾ ਉਹ ਹੈਗਾ। ਤੇ ਜੇ ਕੋਈ ਢਿੱਡ ਦੇ ਵਿੱਚ ਕੋਈ ਅੰਤੜੀਆਂ ਦੀ ਜਾਂ ਕੋਈ ਲੈਟਸ ਸੇ ਬਲੈਡਰ ਦੀ, ਕੋਈ ਯੂਰੀਨਰੀ ਬਲੈਡਰ ਦੀ ਇੰਜਰੀ ਹੋ ਗਈ, ਤਾਂ ਉਹਦੇ ਲਈ ਸਾਡੇ ਕੋਲ ਜਨਰਲ ਸਰਜਨ ਹੈਗੇ ਨੇ, ਡਾਕਟਰ ਸੰਦੀਪ ਹੈਗੇ ਨੇ। ਤਾਂ ਐਟ ਏ ਟਾਈਮ ਇੱਕੋ ਛੱਤ ਥੱਲੇ ਵਿਦਿਨ 1 ਆਰ ਅਸੀਂ ਜਾਂ 1.5 ਆਰ ਸਾਡੇ ਡਾਇਗਨੋਜ਼ ਬਣ ਜਾਂਦੇ ਕਿ ਮਰੀਜ਼ ਇਸ ਪ੍ਰੋਬਲਮ ਨਾਲ ਜੂਝ ਰਿਹਾ। ਸਰ ਇੱਕ ਚੀਜ਼ ਆਪਾਂ ਕਲੀਅਰ ਕਰ ਦਈਏ ਆਡੀਅנס ਨੂੰ, ਜਿਵੇਂ ਤੁਸੀਂ ਜਨਰਲ ਸਰਜਰੀ ਦੀ ਗੱਲ ਕੀਤੀ ਆ, ਨਾਰਮਲੀ ਇੱਥੇ ਲੋਕ ਬਹੁਤੇ ਅਵੇਅਰ ਨਹੀਂ। ਮੈਂ ਵੀ ਸਰਕਾਰੀ ਅੰਕੜੇ ਪੇਸ਼ ਕਰਦਾ ਰਿਹਾ, ਹੁਣੇ ਮੈਂ ਤੁਹਾਨੂੰ ਦੱਸਿਆ ਕਿ
ਤਕਰੀਬਨ 1.25 ਲੱਖ ਲੋਕ ਆਪਣੀ ਜਾਨ ਗਵਾ ਦਿੰਦੇ ਜਦੋਂ ਐਕਸੀਡੈਂਟ ਹੋ ਜਾਂਦਾ ਹੈ। ਜੇ ਅਸੀਂ ਨਵੇਂ ਸ਼ਹਿਰ ਦੀ ਵੀ ਗੱਲ ਕਰੀਏ, ਮੈਂ ਇੱਥੋਂ ਦੇ ਅੰਕੜੇ ਪਹਿਲਾਂ ਬੜੀ ਵਾਰ ਸਮਝਾਇਆ ਕਿ ਨਵਾਂ ਸ਼ਹਿਰ ਐਂਡ ਸਰਾਊਂਡਿੰਗ ਜਾਂ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਬਹੁਤ ਐਕਸੀਡੈਂਟ ਹੁੰਦੇ ਆ। ਜਿਹੜਾ ਇੱਕ ਜਨਰਲ ਸਰਜਨ ਆ ਔਰ ਟਰਾਮਾ ਸੇਵੀਅਰ ਜਿਹੜੀ ਟੀਮ ਹੈ, ਜਿਹੜਾ ਟਰਾਮਾ ਦਾ ਸਰਜਨ ਹੈ, ਉਹਨਾਂ ਵਿੱਚ ਕੀ ਫਰਕ ਹੁੰਦਾ ਜੀ? ਦੇਖੋ, ਜਨਰਲ ਸਰਜਨ ਆਪਾਂ ਇੱਕ ਬ੍ਰਾਂਚ ਨੂੰ ਕਹਿ ਰਹੇ ਹਾਂ। ਆਪਾਂ ਟਰਾਮਾ ਸੈਂਟਰ ਜਿਹੜਾ ਟਰਾਮਾ ਫੀਲਡ ਟਰਾਮਾ ਸੇਵੀਅਰ ਜਿਹੜਾ ਵਰਡ ਯੂਜ਼ ਕਰ ਰਹੇ ਹਾਂ, ਉਹ ਆਪਾਂ ਕੀ ਕਰ ਰਹੇ ਹਾਂ, ਇਟਸ ਅ ਗਰੁੱਪ ਆਫ ਟੀਮ। ਕਿਉਂਕਿ ਆਪਾਂ ਸਾਰੇ ਇੱਕ ਸੈਂਟਰ ਦੇ ਵਿੱਚ ਅਵੇਲੇਬਲ ਆ ਉਸੇ ਟਾਈਮ ਤੇ। ਸਾਨੂੰ ਮਰੀਜ਼ ਨੂੰ ਆਲੇ ਦੁਆਲੇ ਸ਼ਿਫਟ ਨਹੀਂ ਕਰਨਾ ਪੈਣਾ ਜਾਂ ਸਾਨੂੰ ਕੋਈ ਡਾਕਟਰ ਹੋਰ ਬੁਲਾਉਣਾ ਨਹੀਂ ਪੈਣਾ ਬਾਹਰੋਂ। ਅਸੀਂ ਇੱਕੋ ਕਿਸੇ ਹੋਰ ਦੀ ਵੇਟ ਨਹੀਂ ਕਰਨੀ, ਇੰਤਜ਼ਾਰ ਨਹੀਂ ਕਰਨਾ। ਹਾਂਜੀ, ਉਸੇ ਟਾਈਮ ਤੇ ਡਾਇਗਨੋਸ ਬਣਦੇ, ਉਸੇ ਟਾਈਮ ਤੇ ਸਾਡਾ ਅੱਗੇ ਇਲਾਜ ਸ਼ੁਰੂ ਹੋ ਜਾਂਦਾ। ਉਸ ਕੋਈ ਮਰੀਜ਼ ਜਦ ਆਇਆ, ਸਾਰੇ ਡਾਕਟਰਾਂ ਨੇ ਦੇਖ ਲਿਆ, ਸਪੈਸੀਫਿਕ ਫੀਲਡ ਵਾਲਿਆਂ ਨੇ, ਉਹਨਾਂ ਨੇ ਆਪੇ ਦੱਸੀ ਜਾਣਾ। ਫਿਰ ਤੁਹਾਡੀ ਪੜ੍ਹਾਈ ਵੀ ਡਿਫਰੈਂਟ ਹੁੰਦੀ ਹੈ ਬਾਕੀ ਨਾਲੋਂ? ਬਿਲਕੁਲ ਜੀ, ਬਿਲਕੁਲ। ਅਸੀਂ ਹੁਣ ਜਿੱਦਾਂ ਮੈਂ MCH ਸੁਪਰ ਸਪੈਸ਼ਲਿਟੀ ਪਲਾਸਟਿਕ ਸਰਜਰੀ ਕੀਤੀ ਹੈ, ਡਾਕਟਰ ਸਾਹਿਬ ਨੇ ਆਰਥੋਪੈਡਿਕਸ ਦੀ MS ਕੀਤੀ ਹੈ, ਡਾਕਟਰ ਸਾਹਿਬ ਨੇ MCH ਨਿਊਰੋ ਸਰਜਰੀ ਕੀਤੀ ਬ੍ਰੇਨ ਦੀ, ਸਰ ਨੇ ਜਨਰਲ ਸਰਜਰੀ MS ਕੀਤੀ ਹੈ। ਤੇ ਇਹ ਸਪੈਸੀਫਿਕ ਬ੍ਰਾਂਚਸ ਨੇ ਜਿਹੜੀਆਂ ਆਪਣੇ ਆਪਣੇ ਫੀਲਡ ਦੇ ਵਿੱਚ ਡੀਲ ਕਰਦੀਆਂ ਨੇ। ਅਸੀਂ ਉਸ ਫੀਲਡ ਦੇ ਹਿਸਾਬ ਨਾਲ ਉਹਨੂੰ ਡੀਲ ਕਰਨਾ। ਮਤਲਬ ਤੁਹਾਡਾ ਸਾਰਿਆਂ ਦਾ ਮੇਨ ਉਸ ਫੋਕਸ ਜਾਂ ਕੌਨਸ਼ੀਅਸ ਇਹ ਹੁੰਦੀ ਹੈ ਕਿ ਜਿਹੜਾ ਮਰੀਜ਼ ਆਇਆ ਆ ਜਾਂ ਜਿਹੜਾ ਪੀੜਤ ਆ ਉਹਦੀ ਜਾਨ ਬਚਾਈ ਜਾਵੇ। ਬਿਲਕੁਲ ਜੀ, ਬਿਲਕੁਲ ਜਾਨ ਬਚਾਈ ਜਾਏ। ਤੇ ਜੇ ਸਪੋਜ਼ ਜਿੱਦਾਂ ਹੁਣ ਇਹ ਹੈਗਾ, ਹੁਣ ਅਸੀਂ ਮਲਟੀਪਲ ਟੀਮ ਆ, ਇਹਨਾਂ ਦਾ ਫਾਇਦਾ ਕੀ ਹੈ ਕਿ ਸਪੋਜ਼ ਇਮੀਡੀਏਟ ਆਪਰੇਸ਼ਨ ਥੀਏਟਰ 'ਚ ਲੈਣਾ ਪਿਆ, ਲੈਟਸ ਸੇ ਕਿ ਬ੍ਰੇਨ ਇੰਜਰੀ ਹੈਗੀ ਹੈ, ਡਾਕਟਰ ਸਾਹਿਬ ਨੇ ਸਿਰ ਦਾ ਆਪਰੇਸ਼ਨ ਕਰਨਾ ਤੇ ਉਹ ਬੇਹੋਸ਼ੀ ਜਾਂ ਦਿੱਤੀ ਆ, ਉਸ ਸੇਮ ਸਿਟਿੰਗ ਦੇ ਵਿੱਚ ਜੇ ਪੇਸ਼ੈਂਟ ਨੂੰ ਅਸੀਂ ਅਸੈਸ ਕੀਤਾ ਤੇ ਜੇ ਉਹਦੇ ਵਿੱਚ ਉਹ ਪੇਸ਼ੈਂਟ ਹੈ ਕਿ ਵੀ ਐਨਸਥੀਸੀਆ ਝੇਲ ਰਹੇ, ਤਾਂ ਉਹ ਬ੍ਰੇਨ ਦੇ ਨਾਲ ਅਸੀਂ ਫੇਸ ਦੀ ਸਰਜਰੀ ਕਰਕੇ ਆ ਸਕਦੇ ਇੱਕੋ ਟਾਈਮ ਤੇ। ਡਾਕਟਰ ਸਾਹਿਬ ਨੇ ਜੇ ਲੱਤ ਦੀ ਸਟੇਬਿਲਿਟੀ ਕਰਨੀ ਹੈ ਜਾਂ ਫਿਕਸੇਟਰ ਲਾਉਣਾ ਜਾਂ ਪਲੇਟਿੰਗ ਕਰਨੀ ਹੈ, ਉਹ ਵੀ ਸੇਮ ਸਿਟਿੰਗ 'ਚ ਕਰ ਸਕਦੇ। ਡਾਕਟਰ ਸਾਹਿਬ, ਪੇਸ਼ੈਂਟ ਸਟੇਬਲ ਹੋਣਾ ਤਾਂ ਜ਼ਰੂਰੀ ਹੋਏਗਾ ਨਾ, ਪੇਸ਼ੈਂਟ ਦੀ ਬਾਡੀ ਇਹ ਭਾਰ ਝੱਲ ਵੀ ਜਾਵੇ। ਪਹਿਲੇ ਘੰਟੇ, ਡੇਢ ਘੰਟੇ, 2 ਘੰਟੇ ਦੇ ਵਿੱਚ ਇਹੀ ਹੁੰਦਾ। ਪੇਸ਼ੈਂਟ ਦੀ ਸਿਲੈਕਸ਼ਨ ਕੀਤੀ ਜਾਂਦੀ ਹੈ ਕਿ ਜੇ ਚ ਇਕੱਲੀ ਨਿਊਰੋ ਸਰਜਰੀ ਦੀ ਲੋੜ ਹੈ, ਜੇ ਜ਼ਿਆਦਾ ਸਿੱਕ ਹੈ, ਸਿਰਫ ਨਿਊਰੋ ਸਰਜਰੀ ਕਰਨੀ ਹੈ, ਲਾਈਫ ਸੇਵਿੰਗ ਕਰਨੀ ਹੈ, ਤਾਂ ਉਹ 'ਚ ਸਿਰਫ ਨਿਊਰੋ ਸਰਜਰੀ ਕੀਤੀ ਜਾਏਗੀ। ਜੇ ਪੇਸ਼ੈਂਟ ਸਟੇਬਲ ਹੈ, ਉਹ ਚੱਲ ਸਕਦਾ, ਤਾਂ ਫਿਰ ਅੱਗੇ ਵਾਲੀ ਸਰਜਰੀਆਂ ਅਸੀਂ ਕੋਲੈਬੋਰੇਟ ਕਰ ਸਕਦੇ ਹਾਂ ਇੱਕੋ ਐਨਸਥੀਸੀਆ ਦੇ ਵਿੱਚ। ਡਾਕਟਰ ਪਰਮਜੀਤ ਤੋਂ ਸਵਾਲ ਲੈਣਾ ਚਾਹੂੰਗਾ ਜੀ। ਡਾਕਟਰ ਸਾਹਿਬ, ਜਿਵੇਂ ਹੁਣ ਇਹਨਾਂ ਨੇ ਕਿਹਾ ਕਿ ਇੱਕੋ ਟਾਈਮ ਤੇ 2-3 ਸਰਜਰੀਆਂ ਕਰ ਸਕਦੇ ਹੋ, ਜਿਵੇਂ ਤੁਹਾਡੇ ਕੋਈ ਪੇਸ਼ੈਂਟ ਹੈ, ਸਪੋਜ਼ ਲੱਤ ਤੇ ਸਵੈਲਿੰਗ ਹੈ, ਕਿ ਉਹਦੇ ਵੀ ਉਸੇ ਵੇਲੇ ਕਰ ਸਕਦੇ ਕਿ 2-3 ਦਿਨ ਵੇਟ ਕਰਨਾ ਪਏਗਾ? ਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਨੇ ਵੀ ਐਕਸਪਲੇਨ ਕੀਤਾ, ਪਰ ਮੈਂ ਹੋਰ ਥੋੜਾ ਜਿਹਾ ਸਿੰਪਲ ਭਾਸ਼ਾ ਦੇ ਵਿੱਚ ਦੱਸ ਦਿੰਦਾ ਵੀ ਇਹਦੇ ਵਿੱਚ ਪੇਸ਼ੈਂਟ ਟੂ ਪੇਸ਼ੈਂਟ ਡਾਇਗਨੋਸਿਸ ਜ਼ਰੂਰੀ ਹੈ। ਠੀਕ ਹੈ ਜੀ। ਉਹ ਜਦੋਂ ਐਕਸੀਡੈਂਟ ਹੋਇਆ, ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਐਮਰਜੈਂਸੀ ਦੇ ਵਿੱਚ ਇਸੇ ਕਰਕੇ ਲਿਜਾਇਆ ਜਾਂਦਾ ਹੈ ਕਿ ਉੱਥੇ ਉਹਦਾ ਪ੍ਰੋਪਰ ਡਾਇਗਨੋਸਿਸ ਬਣ ਸਕੇ। ਸੋ ਉੱਤੇ ਡਿਪੈਂਡ ਕਰੇਗਾ ਉਸ ਟਾਈਮ ਉਹਦਾ BP ਕੀ ਚੱਲ ਰਿਹਾ, ਉਹਦੇ ਕਿਹੜੀ ਇੰਜਰੀ ਹੈ, ਉਹਦਾ ਸਾਹ ਕਿਵੇਂ ਚੱਲ ਰਹੇ ਹੈਗੇ ਆ, ਉਹਦੇ ਬਾਕੀ ਇੰਜਰੀਆਂਸ ਕਿੰਨੀਆਂ ਔਰ ਟੋਟਲ ਇੰਜਰੀਆਂਸ ਕਿੰਨੀਆਂ ਹੈਗੀਆਂ, ਉਹਦੀ ਏਜ ਕਿੰਨੀ ਹੈ, ਮਲਟੀਪਲ ਫੈਕਟਰਸ ਹੁੰਦੇ ਆ। ਸੋ ਇੱਕ ਚੈੱਕਲਿਸਟ ਹੁੰਦੀ ਹੈ ਟਰਾਮਾ ਟੀਮ ਦੀ, ਜਿਹਦੇ ਥਰੂ ਅਸੀਂ ਇੱਕ ਜਿਹੜਾ ਸਰਜਨ ਹੈ, ਜਿਹਨੇ ਸਭ ਤੋਂ ਪਹਿਲਾਂ ਰੈਪਿਡ ਰਿਸਪੌਂਸ ਕਰਦੇ ਹੋਏ ਅਸੈਸਮੈਂਟ ਕਰਨੀ ਹੈ ਪੇਸ਼ੈਂਟ ਦੀ ਇਮੀਡੀਏਟ, ਐਂਡ ਇਟ ਹਾਰਡਲੀ ਟੇਕਸ 1 ਮਿੰਟ, ਪੂਰੀ ਚੈੱਕਲਿਸਟ ਨੂੰ ਕੰਪਲੀਟ ਕਰਦੇ ਹੋਏ। ਜਿਵੇਂ ਆਪਾਂ ਕਹਿੰਦੇ ਆ ਵੀ ਜਦੋਂ ਐਰੋਪਲੇਨ ਉੱਡਦਾ ਹੈ ਤਾਂ ਆਪਣੇ ਜਿਹੜੇ ਪਾਇਲਟ ਹੁੰਦੇ ਆ ਔਰ ਕੋ ਪਾਇਲਟ ਪਹਿਲਾਂ ਚੈੱਕਲਿਸਟ ਕੰਪਲੀਟ ਕਰਦੇ ਆ, ਜਦੋਂ ਪੂਰੀ ਓਕੇ ਹੋ ਜਾਂਦੀ ਹੈ ਦੈਨ ਦੇ ਗੋ ਫॉर ਫਲਾਈਟ, ਉਸ ਤੋਂ ਪਹਿਲਾਂ ਨਹੀਂ ਜਾਂਦੇ ਹੈਗੇ। ਸਿਮਿਲਰਲੀ ਟਰਾਮਾ ਟੀਮ ਵੀ ਇਹੀ ਕਰਦੀ ਹੈ। ਸਭ ਤੋਂ ਪਹਿਲਾਂ 1 ਮਿੰਟ ਦੇ ਵਿੱਚ ਉਹ ਚੈੱਕਲਿਸਟ ਹੁੰਦੀ ਹੈ, ATLS ਪ੍ਰੋਟੋਕੋਲ ਅਸੀਂ ਉਹਨੂੰ ਕਹਿੰਦੇ ਹਾਂ, ਇੰਟਰਨੈਸ਼ਨਲ ਇਹ ਐਕਸੈਪਟਿਡ ਟਰਮ ਹੈਗੀ ਹੈ ਔਰ ਐਕਸੈਪਟਿਡ ਇਹਦੇ ਪ੍ਰੋਟੋਕੋਲਸ ਨੇ, ਔਰ ਜਿਹੜੇ ਆਲਮੋਸਟ ਹਰ ਸਾਲ ਅਪਡੇਟ ਹੁੰਦੇ ਆ ਡਿਪੈਂਡਿੰਗ ਅਪੋਨ ਜਿਹੜੇ ਡਾਟਾ ਆਉਂਦੇ ਆ ਓਵਰ ਦਾ ਵਰਲਡ, ਉਹੀ ਅਸੀਂ ਇੱਥੇ ਵੀ ਫੋਲੋ ਕਰਦੇ ਹਾਂ IV ਹਸਪੀਟਲ ਨਵਾਂ ਸ਼ਹਿਰ 'ਚ। ਸੋ ਅਸੀਂ ਇੰਟਰਨੈਸ਼ਨਲ ਐਕਸੈਪਟੈਂਸ ਦੇ ਨਾਲ ਜਿਹੜੀਆਂ ਚੀਜ਼ਾਂ ਯੂਜ਼ ਕਰ ਰਹੇ ਹਾਂ। ਸੋ ਆਈ ਵੋਂਟ ਸੇ ਕਿ ਮੈਂ ਗਲਤ ਹੋਵਾਂਗਾ ਜੇ ਕਹਾਂਗਾ ਕਿ ਅਸੀਂ ਇੰਟਰਨੈਸ਼ਨਲ ਸਟੈਂਡਰਡ ਇੱਥੇ ਯੂਜ਼ ਨਹੀਂ ਕਰ ਰਹੇ। ਅੱਛਾ, ਇੰਟਰਨੈਸ਼ਨਲ ਸਟੈਂਡਰਡ ਯੂਜ਼ ਹੋ ਰਿਹਾ, ਪਰ ਫਿਰ ਉਹ ਮਹਿੰਗਾ ਤਾਂ ਨਹੀਂ ਜ਼ਿਆਦਾ ਹੋ ਜਾਂਦਾ? ਬਿਲਕੁਲ ਮਹਿੰਗਾ ਨਹੀਂ ਹੈ, ਮੈਂ ਕਹੂੰਗਾ ਬਾਹਰ ਨਾਲੋਂ ਸਗੋਂ ਸਸਤਾ ਹੋ ਜਾਂਦਾ। ਸੋ ਸਭ ਤੋਂ ਪਹਿਲਾਂ ਤਾਂ ਗੱਲ ਹੁੰਦੀ ਹੈ ਕਿ ਪੇਸ਼ੈਂਟ ਦੀ ਜਿਹੜੀ ਸੱਟ ਹੈ ਉਹਨੂੰ ਟਾਈਮਲੀ ਡਾਇਗਨੋਸ ਕੀਤਾ ਜਾਵੇ। ਜਾਨ ਸਭ ਤੋਂ ਜ਼ਰੂਰੀ ਹੈ, ਪੈਸਾ ਬਾਅਦ ਵਿੱਚ ਹੈ। ਸੋ ਜੇ ਡਾਇਗਨੋਸਿਸ ਹੀ ਸਹੀ ਨਹੀਂ ਹੋਇਆ, ਮਿਸ ਹੋ ਗਿਆ, ਬਹੁਤ ਸਾਰੀ ਇਸ ਤਰ੍ਹਾਂ ਦੇ ਪੇਸ਼ੈਂਟ ਹੁੰਦੇ ਆ ਜਿਹੜੇ ਜਾਨ ਗਵਾ ਦਿੰਦੇ ਆ ਸਿਰਫ ਡਾਇਗਨੋਸ ਟਾਈਮਲੀ ਨਾ ਹੋਣ ਦੇ ਕਾਰਨ, ਜਿਹਦੇ ਵਿੱਚ ਇਹ ਵੀ ਚੀਜ਼ ਆ ਜਾਂਦੀ ਹੈ ਵੀ ਜਿੰਨਾ ਜਲਦੀ ਤੋਂ ਜਲਦੀ। ਸੋ ਇਟਸ ਨਾਟ ਕਿ 1 ਆਰ ਕ੍ਰੂਸ਼ੀਅਲ ਜ਼ਰੂਰ ਹੈ, ਲੇਕਿਨ ਇੱਕ ਮਿੰਟ ਇੰਪੋਰਟੈਂਟ ਹੈ। ਜੇ ਜਲਦੀ ਪੇਸ਼ੈਂਟ ਆਉਂਦਾ ਹੈ ਤਾਂ ਆਪਾਂ ਜਲਦੀ ਡਾਇਗਨੋਸ ਬਣਾ ਕੇ ਉਹਨੂੰ ਅਕੋਰਡਿੰਗਲੀ ਟ੍ਰੀਟਮੈਂਟ ਦੇ ਸਕਦੇ ਹਾਂ। ਚਲੋ, ਜਦੋਂ ਐਕਸੀਡੈਂਟ ਹੁੰਦਾ ਨਾ ਸਰ, ਜਿਹੜੇ ਲੋਕ ਉੱਥੇ ਨੇੜੇ ਹੁੰਦੇ ਆ ਜਾਂ ਜਿਹੜੇ ਉੱਥੇ ਮੌਕੇ ਤੇ ਲੋਕ ਮੌਜੂਦ ਹੁੰਦੇ, ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਕਿ ਨੇੜੇ ਦੇ ਹਸਪਤਾਲ ਵਿਖੇ ਲਿਜਾਇਆ ਜਾਵੇ। ਪਰ ਜਿਵੇਂ ਤੁਸੀਂ ਕਿਹਾ ਕਿ 1 ਮਿੰਟ ਕ੍ਰੂਸ਼ੀਅਲ ਆ, ਤਾਂ ਉਹਦੇ ਕਰਕੇ ਕਈ ਵੇਲੇ ਡਿਲੇ ਹੋ ਜਾਂਦਾ ਹੈ ਔਰ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਦਿੰਦੇ ਆ। ਜੀ, ਇਹਦੇ ਵਿੱਚ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਹਰੇਕ ਨੂੰ ਇਹ ਲੱਗਦਾ ਹੈ ਵੀ ਜਿਹੜਾ ਨੇੜੇ ਦਾ ਹਸਪਤਾਲ ਹੈ ਉੱਥੇ ਜਲਦੀ ਤੋਂ ਜਲਦੀ ਪਹੁੰਚਾ ਦਿੱਤਾ ਜਾਵੇ। ਸੋ ਅਸੀਂ ਇੱਕੋ ਚੀਜ਼ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਅਸੀਂ ਮਾਪ ਤੋਲ ਨਹੀਂ ਕਰ ਸਕਦੇ ਹੈਗੇ, ਹਰ ਚੀਜ਼ ਡਿਫਰੈਂਟ ਹੈਗੀ ਹੈ। ਓਬਵੀਅਸਲੀ ਜਿਹੜਾ ਨੇੜੇ ਦਾ ਹਸਪਤਾਲ ਹੈ, ਸਾਡੇ ਇੱਕ ਕਾਮਨ ਮੈਨ ਦੀ ਜਿਹੜੀ ਮੈਂਟੈਲਿਟੀ ਹੈ ਉਹ ਹੈ ਵੀ ਉਹਨੂੰ ਇਲਾਜ ਪੇਸ਼ੈਂਟ ਨੂੰ ਮਿਲ ਜਾਵੇ, ਲੇਕਿਨ ਇਹਦੇ ਵਾਸਤੇ
ਆਪਾਂ ਨੂੰ ਉਸ ਟਾਈਮ ਤੇ ਜਦੋਂ ਐਕਸੀਡੈਂਟ ਹੋਇਆ ਉਦੋਂ ਸਾਨੂੰ ਕੋਈ ਸਟੈਪ ਲੈਣ ਦੀ ਬਜਾਏ ਸਾਨੂੰ ਜਨਰਲ ਲੋਕਾਂ ਦੇ ਵਿੱਚ ਜਾਗਰੂਕਤਾ ਜਿਹੜੀ ਹੈ ਉਹ ਵਧਾਉਣੀ ਪਏਗੀ, ਜਿਹਦੇ ਕਰਕੇ ਮੇਰੇ ਖਿਆਲ ਨਾਲ ਅਸੀਂ ਅੱਜ ਵੀ ਇਸੇ ਰੀਜ਼ਨ ਕਰਕੇ ਬੈਠੇ ਹਾਂ। ਜਾਗਰੂਕਤਾ ਇਸ ਚੀਜ਼ ਦੀ ਵੀ ਇਹ ਜ਼ਰੂਰੀ ਨਹੀਂ ਹੈ ਵੀ ਹਸਪੀਟਲ ਪਹੁੰਚਾਉਣਾ, ਜੇ ਉੱਥੇ ਸਰਵਿਸਿਜ਼ ਹੀ ਉਹ ਅਕੋਰਡਿੰਗ ਟੂ ਪੇਸ਼ੈਂਟ ਅਵੇਲੇਬਲ ਨਹੀਂ ਹੈ ਤਾਂ ਆਪਾਂ ਕਿਵੇਂ ਉਹਨੂੰ ਟ੍ਰੀਟਮੈਂਟ ਦੇਵਾਂਗੇ। ਸੋ ਜਾਗਰੂਕਤਾ ਇਹ ਵੀ ਹੋਣੀ ਚਾਹੀਦੀ ਹੈ ਵੀ ਮੇਰੇ ਸ਼ਹਿਰ ਦੇ ਵਿੱਚ ਕਿਹੜੇ ਹਸਪਤਾਲ ਨੇ, ਮੇਰੇ ਸ਼ਹਿਰ 'ਚ ਉਸ ਹਸਪਤਾਲ 'ਚ ਕਿਹੜੀਆਂ ਫੈਸਿਲਿਟੀਜ਼ ਅਵੇਲੇਬਲ ਨੇ, ਕਿਹੜੀ ਜਗ੍ਹਾ ਟਰੋਮਾ ਕਿਵੇਂ ਦਾ, ਜੇ ਮੰਨ ਲਓ ਇਕੱਲਾ ਫ੍ਰੈਕਚਰ ਹੈ ਬਾਂਹ ਦਾ ਤਾਂ 5 ਹਸਪਤਾਲ ਨੇ ਮੰਨ ਲਓ ਵੀ ਉੱਥੇ ਫ੍ਰੈਕਚਰ ਟਰੀਟ ਹੋ ਸਕਦਾ, ਬਟ ਜੇ ਮਲਟੀਪਲ ਇੰਜਰੀਜ਼ ਹੈ ਤਾਂ ਹੋ ਸਕਦਾ 5 'ਚੋਂ ਸਿਰਫ ਇੱਕ 'ਚ ਹੀ ਟਰੀਟ ਹੋ ਸਕੇ। ਇਹ ਜਨਰਲ ਜਾਗਰੂਕਤਾ ਚਾਹੀਦੀ ਹੈ। ਸੋ ਇਸੇ ਕਰਕੇ ਅਸੀਂ ਅੱਜ ਇਸ ਟੌਪਿਕ ਨੂੰ ਟੱਚ ਕਰੇ, ਪਰ ਇੱਕ ਸਵਾਲ ਸਰ ਹੋਰ ਲੈਣਾ ਚਾਹੂੰਗਾ ਮੈਂ ਤੁਹਾਡੇ ਤੋਂ। ਜਿਵੇਂ ਹੁਣ ਕੋਈ ਪੇਸ਼ੈਂਟ ਬੇਹੋਸ਼ੀ ਦੀ ਹਾਲਤ ਵਿੱਚ ਉਹਨੂੰ ਲੈ ਕੇ ਆਉਂਦੇ ਹਸਪੀਟਲ ਵਿੱਚ, ਉਹ ਨਹੀਂ ਦੱਸ ਪਾ ਰਿਹਾ ਕਿ ਉਹਦੀ ਲੱਤ ਤੇ ਸੱਟ ਹੈ ਜਾਂ ਲੱਤ ਦੀ ਸਵੈਲਿੰਗ ਹੋ ਰਹੀ ਹੈ, ਔਰ ਮੇਨਲੀ ਜ਼ਿਆਦਾਤਰ ਚੂੜੇ ਦੀ ਪ੍ਰੋਬਲਮ ਵੀ ਆ ਜਾਂਦੀ ਹੈ। ਤੁਸੀਂ ਜਿਵੇਂ ਆਫ ਕੈਮਰਾ ਵੀ ਗੱਲ ਕਰ ਰਹੇ ਸੀਗੇ ਕਿ ਕਈ ਵੇਲੇ ਚੂੜੇ ਦੀ ਜਿਹੜੀ ਸੱਟ ਆ ਉਹ ਵੀ ਜਾਨਲੇਵਾ ਹੋ ਸਕਦੀ ਹੈ। ਫਿਰ ਜੇ ਪੇਸ਼ੈਂਟ ਕੋਈ ਬੇਹੋਸ਼ ਹੈ, ਮਰੀਜ਼ ਬੇਹੋਸ਼ ਹੈ, ਉਹਨੂੰ ਕਿਵੇਂ ਡਾਇਗਨੋਸ ਕਰਦੇ ਕਿ ਉਹਦੇ ਚੂੜੇ ਦੀ ਸੱਟ ਲੱਗੀ? ਇਹ ਜਿਹੜੀ ਮੈਂ ਹੁਣੇ ਗੱਲ ਕੀਤੀ ਸੀ ATLS ਪ੍ਰੋਟੋਕਾਲ, ਉਹਦੇ ਵਿੱਚ ਇਹ ਸਾਰਾ ਕੁਝ ਦਿੱਤਾ ਹੋਇਆ। ਚੈੱਕਲਿਸਟ ਦਾ ਮਤਲਬ ਹੀ ਹੈ, ਇਹਨੂੰ ਮੈਂ ਸਿੰਪਲ ਵਰਡਸ ਦੇ ਵਿੱਚ ਦੱਸਾਂ ਤਾਂ ਅਸੀਂ ਸਾਹ ਵੀ ਚੈੱਕ ਕਰਦੇ ਹਾਂ, ਸਾਹ ਤੋਂ ਸਟਾਰਟ ਕਰਦੇ ਹਾਂ ਵੀ ਸਾਹ ਪ੍ਰੋਪਰ ਆ ਰਿਹਾ, ਬਰੀਦਿੰਗ ਪੈਟਰਨ ਸਹੀ ਚੱਲ ਰਿਹਾ, ਚੈਸਟ ਦੀ ਇੰਜਰੀ ਤਾਂ ਨਹੀਂ ਹੈ ਕੋਈ। ਉਸ ਤੋਂ ਬਾਅਦ ਅਸੀਂ ਉਹਨਾਂ ਦਾ ਕੋਈ ਬਲੀਡਿੰਗ ਤਾਂ ਨਹੀਂ ਇੰਟਰਨਲ ਹੋਈ। ਇੱਦਾਂ ਕਰਦੇ ਅਸੀਂ ਸਾਰੇ ਹੀ ਸਿਸਟਮ ਵਿਦਿਨ 1 ਮਿੰਟ ਇੱਕ ਵਾਰੀ ਅਸੈਸ ਕਰ ਲੈਂਦੇ ਹਾਂ, ਜਿਹਨੂੰ ਅਸੀਂ ਪ੍ਰਾਇਮਰੀ ਅਸੈਸਮੈਂਟ ਕਹਿੰਦੇ। ਵਿਦਿਨ 1 ਮਿੰਟ ਪ੍ਰਾਇਮਰੀ ਅਸੈਸਮੈਂਟ ਉਹ ਜ਼ਰੂਰੀ ਹੈ। ਜੇ ਉਹ ਲੇਟ ਹੋ ਗਈ ਤਾਂ ਫਿਰ ਡਾਇਗਨੋਸਿਸ ਮਿਸ ਹੋ ਸਕਦਾ, ਜਾਂ ਫਿਰ ਆਪਾਂ ਉਹ ਟਾਈਮ ਆਪਾਂ ਖੋ ਸਕਦੇ ਹਾਂ ਵੀ ਜਿਹਦੇ ਵਿੱਚ ਟ੍ਰੀਟਮੈਂਟ ਹੋ ਸਕਦਾ। ਸੋ ਵਿਦਿਨ 1 ਮਿੰਟ, ਚਾਹੇ ਉਹ ਬੇਹੋਸ਼ ਵੀ ਹੈ, ਇਹ ਬੇਹੋਸ਼ੀ ਦੀ ਹਾਲਤ ਵਿੱਚ ਵੀ ਪੇਸ਼ੈਂਟ ਨੂੰ ਬਚਾਉਣ ਵਾਸਤੇ ਇਹ ਸਾਰੇ ਪ੍ਰੋਟੋਕਾਲ ਅਸੀਂ 1 ਮਿੰਟ 'ਚ ਅਸੈਸ ਕਰ ਲੈਂਦੇ ਹਾਂ। ਇਹ ਹੁੰਦੀ ਹੈ ਪ੍ਰਾਇਮਰੀ ਅਸੈਸਮੈਂਟ। ਬਟ ਲੇਟਰ ਔਨ ਉਹ ਪ੍ਰਾਇਮਰੀ ਅਸੈਸਮੈਂਟ ਤੋਂ ਬਾਅਦ ਲੇਟਰ ਔਨ ਹੌਲੀ ਜਿਵੇਂ ਪੇਸ਼ੈਂਟ ਦਾ ਰਿਸਸੀਟੇਸ਼ਨ ਚੱਲ ਰਹੀ ਹੈ, ਉਹਨੂੰ ਦਵਾਈਆਂ ਸ਼ੁਰੂ ਹੋ ਗਈਆਂ, ਉਹਨੂੰ ਗਲੂਕੋਜ਼ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਜਾਂ ਫਲੂਇਡ ਲੱਗਦਾ ਹੈਗਾ ਉਹਦਾ BP ਠੀਕ ਕਰਨ ਵਾਸਤੇ, ਉਹ ਹੌਲੀ ਉਹਦਾ ਫਿਰ ਅਸੀਂ ਰਿਸਪੌਂਸ ਦੇਖਦੇ ਹਾਂ ਕਿਵੇਂ ਆ ਰਿਹਾ। ਹੁਣ ਬੇਹੋਸ਼ੀ ਦੀ ਹਾਲਤ 'ਚ ਉਹ ਆਪ ਤਾਂ ਦੱਸ ਨਹੀਂ ਸਕਦਾ ਵੀ ਮੈਂ ਠੀਕ ਹੋ ਰਿਹਾ, ਬਟ ਉਹਦਾ ਰਿਸਪੌਂਸ ਵਾਈਟਲਸ ਹੁੰਦੇ ਆ ਜਿਹ 'ਚ BP, ਹਾਰਟ ਰੇਟ, ਆਕਸੀਜਨ ਲੈਵਲ, ਉਹਦਾ ਯੂਰਿਨ ਆਊਟਪੁੱਟ ਕਿਵੇਂ ਆ ਰਹੀ ਹੈਗੀ ਹੈ, ਪੇਸ਼ੈਂਟ ਦਾ ਕੌਨਸ਼ੀਅਸਨੈਸ ਲੈਵਲ ਜੇ ਇੰਪਰੂਵ ਹੋ ਰਿਹਾ ਤਾਂ ਸਾਨੂੰ ਪਤਾ ਲੱਗ ਰਿਹਾ ਵੀ ਜਿਹੜਾ ਇਨੀਸ਼ੀਅਲ ਟ੍ਰੀਟਮੈਂਟ ਹੈ ਉਹ ਬੈਟਰ ਹੋ ਰਿਹਾ, ਹਲਚਲ ਹੋ ਰਹੀ ਹੈ, ਉਹ ਬੈਟਰ ਹੋ ਰਿਹਾ। ਤਾਂ ਫਿਰ ਆਪਾਂ ਸੈਕੰਡਰੀ ਅਸੈਸਮੈਂਟ ਕਰਦੇ ਹਾਂ, ਜਿਹੜਾ ਕਿ ਹੈਡ ਟੂ ਟੋ ਉਹ ਪੂਰਾ ਪ੍ਰੋਪਰ ਐਕਸਪੋਜ਼ ਕਰਕੇ, ਜੇ ਉਹਨੇ ਕੱਪੜੇ ਪਾਏ ਆ ਉਹਨੂੰ ਕਲੀਨ ਕਰਕੇ ਸਾਰਾ ਦੇਖ ਕੇ ਅੱਗੇ ਪਿੱਛੇ ਘੁਮਾ ਕੇ, ਹੋ ਸਕਦਾ ਕਿ ਜੇ ਅਸੀਂ ਸਾਹਮਣੇ ਵਾਲੇ ਪਾਸਿਓਂ ਪੇਸ਼ੈਂਟ ਲੇਟਿਆ ਤਾਂ ਅਸੀਂ ਬੈਕ ਦੀ ਇੰਜਰੀ ਜਿਹੜੀ ਉਹ ਮਿਸ ਕਰ ਦਈਏ, ਉਹ ਫਿਰ ਸੈਕੰਡਰੀ ਅਸੈਸਮੈਂਟ ਦਾ ਪਾਰਟ ਆ ਜਾਂਦਾ, ਸਾਨੂੰ ਉਹਦੇ ਵਿੱਚ ਉਹ ਵੀ ਦੇਖਣਾ ਪੈਂਦਾ। ਸੋ ਆਲ ਥੀਸ ਥਿੰਗਸ ਆਰ ਅਸੈਸਡ ਇਨੀਸ਼ੀਅਲੀ ਐਂਡ ਲੇਟਰ ਔਨ, ਜਿਹਦੇ ਨਾਲ ਪੇਸ਼ੈਂਟ ਦਾ ਟੋਟਲ ਕੇਅਰ ਹੁੰਦੀ ਹੈ, ਨਾ ਕਿ ਆਪਾਂ ਸਿਰਫ ਜੇ ਹੱਡੀ ਟੁੱਟੀ ਹੈ ਤਾਂ ਹੱਡੀ ਨੂੰ ਹੀ ਠੀਕ ਕਰਨਾ। ਸੋ ਪੇਸ਼ੈਂਟ ਦੀ ਜਾਨ ਸਭ ਤੋਂ ਪਹਿਲਾਂ ਅੱਗੇ ਰੱਖੀ ਦੀ ਹੈ, ਰਾਦਰ ਦੈਨ ਕਿ ਆਪਾਂ ਇੱਕ ਚੀਜ਼ ਉੱਤੇ ਫੋਕਸ ਕਰੀਏ। ਡਾਕਟਰ ਕੌਰਵ ਜੀ, ਹਾਂਜੀ, ਇਹ ਕਿਹਾ ਜਾਂਦਾ ਜੀ ਆਮ ਤੌਰ ਤੇ ਔਰ ਖਾਸ ਤੌਰ ਤੇ ਵੀ ਗੱਲ ਕਹੀ ਜਾਂਦੀ, ਸਿਰ ਦੀ ਸੱਟ ਬਹੁਤ ਬੁਰੀ ਹੈ ਕਿ ਜੇ ਸਿਰ ਦੀ ਸੱਟ ਲੱਗ ਗਈ ਤਾਂ ਬੰਦੇ ਨੂੰ ਬਚਾਉਣਾ ਬੜਾ ਮੁਸ਼ਕਿਲ ਹੋ ਜਾਂਦਾ। ਇੱਥੇ ਜਦੋਂ ਕੇਸਿਸ ਆਉਂਦੇ ਆ ਜਾਂ ਨਾਰਮਲੀ ਕਦੇ ਐਕਸੀਡੈਂਟ ਹੁੰਦਾ, ਜੇ ਸਿਰ ਦੀ ਸੱਟ ਲੱਗ ਜਾਵੇ ਉਹਦੇ ਲਈ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਜੀ? ਸਰ, ਜਿੱਦਾਂ ਕਿ ਤੁਹਾਨੂੰ ਪਤਾ ਕਿ ਹੈਡ ਇੰਜਰੀ ਜਿਹੜਾ ਹੈਡ ਪਾਰਟ ਹੈ ਇਜ਼ ਦਾ ਮੋਸਟ ਕ੍ਰੂਸ਼ੀਅਲ ਪਾਰਟ ਆਫ ਦਾ ਬੋਡੀ ਜੀ। ਪੇਸ਼ੈਂਟ ਦੀ ਗੱਲਬਾਤ ਸਮਝਣੀ, ਗੱਲ ਕਰਨੀ, ਓਰੀਐਂਟੇਸ਼ਨ, ਸਾਰਾ ਕੁਝ ਹੈਡ ਨਾਲ ਰਿਲੇਟਡ ਆ ਜੀ। ਪੇਸ਼ੈਂਟ ਕਈ ਵਾਰੀ ਇਦਾਂ ਹੁੰਦਾ ਕਿ ਕੋਈ ਆਪਾਂ ਜਾ ਰਹੇ ਹਾਂ ਰੋਡ ਤੇ, ਕੋਈ ਬੰਦਾ ਗਿਰ ਗਿਆ ਤੇ ਬੰਦੇ ਦੇ ਕੋਈ ਬਿਲਕੁਲ ਵੀ ਕੋਈ ਘਰੀਟ ਝਰੀਟ ਵੀ ਨਹੀਂ ਪਈ ਹੁੰਦੀ, ਕਿਉਂ? ਪੇਸ਼ੈਂਟ ਬਟ ਅਨਕੌਂਸ਼ੀਅਸ ਲੇਟਿਆ ਹੁੰਦਾ। ਕਿਉਂ ਹੁੰਦਾ? ਕਿਉਂਕਿ ਉਹਦੇ ਨੂੰ ਹੈਡ ਇੰਜਰੀ ਹੋ ਜਾਂਦੀ ਆ ਮੋਸਟਲੀ। ਤੇ ਜਿੱਦਾਂ ਕਿ ਕਿਸੇ ਨੂੰ ਹੈਡ ਇੰਜਰੀ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਵਿਦਆਊਟ ਵੇਸਟਿੰਗ ਟਾਈਮ, ਜਿੱਦਾਂ ਮੈਂ ਕਹਾਂਗਾ ਕਿ ਐਜ਼ ਸੂਨ ਐਜ਼ ਪੋਸੀਬਲ, ਨੋਟ ਈਵਨ 30 ਮਿੰਟਸ, ਨੋਟ ਈਵਨ 1 ਆਵਰ, ਜੇ ਕੋਈ ਗਿਰ ਗਿਆ, ਕੋਈ ਜੇ ਮੰਨ ਲਓ ਘਰ 'ਚ ਕਈ ਬਜ਼ੁਰਗ ਹੀ ਗਿਰ ਜਾਂਦੇ ਆ, ਬਾਥਰੂਮ 'ਚ ਗਿਰ ਜਾਂਦੇ ਆ, ਜ਼ਰੂਰੀ ਐਕਸੀਡੈਂਟ ਹੀ ਆ, ਨੋਟ ਟਾਕਿੰਗ ਅਬਾਊਟ ਰੋਡ ਸਾਈਡ ਐਕਸੀਡੈਂਟ, ਉਹ ਆਪਾਂ ਕਰਦੇ ਪਏ ਆ ਗੱਲ। ਜੇ ਘਰ 'ਚ ਸਾਰਿਆਂ ਦੇ ਬਜ਼ੁਰਗ ਹੈਗੇ ਆ, ਸਾਰਿਆਂ ਨੂੰ ਕੋਈ ਹਾਰਟ ਦੀ ਕਾਰਨ, ਸ਼ੂਗਰ ਦੇ ਕਾਰਨ ਖੂਨ ਦੀ ਪਤਲੀਆਂ ਗੋਲੀਆਂ ਚੱਲਦੀਆਂ, ਉਹ ਬਾਥਰੂਮ 'ਚ ਵਿਚਾਰੇ ਗਿਰ ਜਾਂਦੇ ਆ, ਉਹ ਗਿਰ ਗਏ ਤੇ ਉਹਨਾਂ ਦੇ ਦੋ ਉਸ ਟਾਈਮ ਇੰਜਰੀਆਂ ਸਭ ਤੋਂ ਕਾਮਨ ਹੁੰਦੀਆਂ, ਇੱਕ ਹੈਡ ਇੰਜਰੀ ਹੋਏਗੀ ਜਾਂ ਉਹਨਾਂ ਦਾ ਕੁੱਲਾ ਟੁੱਟੂਗਾ, ਚੁੱਲਾ ਜਿਹਨੂੰ ਕਹਿੰਦੇ ਆ, ਪੈਲਵਿਕ ਇੰਜਰੀ, ਠੀਕ ਹੈ। ਤੇ ਬੜੇ ਪੇਸ਼ੈਂਟ ਆਉਂਦੇ ਆ ਨਾ, ਤੇ ਉਹਦੇ 'ਚ ਵੀ ਮੈਂ ਇਹੀ ਕਹਾਂਗਾ ਕਿ ਵਿਦਆਊਟ ਵੇਸਟਿੰਗ ਟਾਈਮ, ਐਜ਼ ਸੂਨ ਐਜ਼ ਜੇ ਤੁਹਾਨੂੰ ਲੱਗਦਾ ਕਿ ਪੇਸ਼ੈਂਟ, ਕਿਸੇ ਨੂੰ ਵੀ ਲੱਗਦਾ ਕਿ ਪੇਸ਼ੈਂਟ ਦੀ ਗੱਲਬਾਤ ਸਹੀ ਨਹੀਂ ਹੈਗੀ, ਬੇਹੋਸ਼ੀ ਵਿੱਚ ਜਾ ਰਿਹਾ, ਰੈਸਪੀਰੇਸ਼ਨ ਪੈਟਰਨ, ਸਾਹ ਦਾ ਜਿਹੜੀ ਪ੍ਰਕਿਰਿਆ ਸਹੀ ਨਹੀਂ ਹੈ, ਇੱਕ ਸਾਈਡ ਦਾ ਲਕਵਾ ਹੋ ਰਿਹਾ, ਚੁੰਡੀ ਮਾਰ ਰਿਹਾ, ਸੱਤ ਪੈਰ ਨਹੀਂ ਹਿਲਾ ਰਿਹਾ, ਅੱਖ ਮੂੰਹ ਵਿੰਗਾ ਹੋ ਗਿਆ ਹੈ ਨਾ, ਅੱਖ ਨਹੀਂ ਖੁੱਲਦੀ ਪਈ ਇੱਕ ਸਾਈਡ ਦੀ, ਜਾਂ ਅਨਕੌਂਸ਼ੀਅਸ ਹੋ ਗਿਆ, ਮੂੰਹ 'ਚੋਂ ਝੱਗ ਆ ਗਈ, ਦੌਰਾ ਪੈ ਗਿਆ, ਹੈਡ ਇੰਜਰੀ ਫੋਲੋਡ ਬਾਈ ਸੀਜ਼ਰ ਹੋ ਗਿਆ ਕਿਸੇ ਨੂੰ, ਤੇ ਵਿਦਆਊਟ ਵੇਸਟਿੰਗ ਟਾਈਮ ਰਸ਼ ਟੂ ਦਾ ਹਸਪੀਟਲ, ਜਿੱਦਾਂ ਆਪਾਂ ਗੱਲ ਕਰਦੇ ਪਏ ਆ ਟਰਾਮਾ ਸੈਂਟਰ। ਅਸੀਂ ਫਿਲਮਾਂ ਵਿੱਚ ਵੀ ਕਈ ਵੇਲੇ ਦੇਖਦੇ ਹੋ, ਕਹਿੰਦੇ ਕਿ ਸੋਨਾ ਨਹੀਂ ਹੈ, ਜਾਗਦੇ ਰਹੋ, ਇਹ ਕਿੰਨਾ ਕੁ ਸਹੀ ਹੈ ਜੀ? ਦੇਖੋ,
ਸੋਨਾ ਨਹੀਂ ਮਤਲਬ ਕਿੱਦਾਂ? ਮਤਲਬ ਫਿਲਮਾਂ 'ਚ ਅਸੀਂ ਕਿ ਵੇਲੇ ਦੇਖਦੇ ਕਿ ਹੈਡ ਇੰਜਰੀ ਹੋ ਜਾਂਦੀ ਹੈ ਜਾਂ ਕਿ ਵੇਲੇ ਸੱਪ ਡੰਗ ਮਾਰ ਲੈਂਦਾ, ਤਾਂ ਉਹ ਕਹਿੰਦੇ ਕਿ ਸੋਨਾ ਨਹੀਂ ਹੈ, ਜਾਗਦੇ। ਹਾਂਜੀ, ਮਤਲਬ ਦੇਖੋ ਇਦਾਂ ਹੁੰਦਾ ਕਿ ਮੇਬੀ ਪਿਕਚਰਾਂ ਦੇ ਹਿਸਾਬ ਨਾਲ ਥੋੜਾ ਜਿਹਾ ਕਨਸੈਪਟ ਹਮੇਸ਼ਾ ਮਤਲਬ ਪਿਕਚਰ ਜੋ ਦੱਸਦੀ ਹੈ ਥੋੜਾ ਜਿਹਾ ਗੁੰਮਰਾਹ ਵੀ ਕਰ ਦਿੰਦੀ ਹੈ। ਲਿਟਲ ਨੌਲੇਜ ਇਜ਼ ਆਲਵੇਜ਼ ਡੇਂਜਰਸ ਹੈ ਨਾ। ਤੇ ਮੈਂ ਕਹਾਂਗਾ ਕਿ ਜਿੱਦਾਂ ਕਿ ਹੈਡ ਇੰਜਰੀ ਹੈ, ਕੋਈ ਬੇਹੋਸ਼ ਹੋ ਰਿਹਾ ਉਹਨੂੰ ਬੇਹੋਸ਼ੀ ਨਾ ਕਰਨ ਦਿਓ, ਕਿਉਂਕਿ ਜੇ ਬੇਹੋਸ਼ ਹੋਏਗਾ, ਹੈਡ ਇੰਜਰੀ ਹੈਗੀ ਆ, ਉਹ ਕਿਤੇ ਨਾ ਕਿਤੇ ਜਿਹੜਾ ਉਹਦਾ ਥੁੱਕ ਹੈ ਜਾਂ ਕੋਈ ਐਸਪੀਰੇਟ ਉਹ ਕਰ ਸਕਦਾ ਆ। ਬੇਹੋਸ਼ ਹੋਊਗਾ, ਟੰਗ ਫਾਲ ਕਰੇਗੀ, ਉਹਦੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਬ੍ਰੇਨ ਤੇ ਵਧੇਗੀ, ਆਕਸੀਜਨ ਦਾ ਲੈਵਲ ਘਟੂਗਾ, ਜਿਹਦੇ ਕਾਰਨ ਬ੍ਰੇਨ ਦੇ ਵਿੱਚ ਸੋਜ ਵਧੂਗੀ। ਬਿਲਕੁਲ, ਜੇ ਪੇਸ਼ੈਂਟ ਕੋਈ ਅਨਕੌਂਸ਼ੀਅਸ ਹੋ ਗਿਆ, ਕਿਸੇ ਨੂੰ ਦੌਰਾ ਪੈ ਗਿਆ, ਮਿਰਗੀ ਆ ਗਈ, ਮੂੰਹ ਚੋਂ ਝੱਗ ਨਿਕਲ ਗਈ, ਕਦੀ ਵੀ ਲੋਕੀ ਆਪਣੀ ਉਂਗਲਾਂ ਵਿੱਚ ਪਾਣ ਲੱਗ ਪੈਂਦੇ ਆ। ਸਾਡੇ ਜਬਾੜੇ ਦਾ ਮਸਲ ਸਭ ਤੋਂ ਸਟਰੋਂਗ ਮਸਲ ਹੁੰਦਾ ਪੂਰੀ ਬੋਡੀ 'ਚ, ਵਨ ਆਫ ਦਾ ਸਟਰੋਂਗੈਸਟ ਮਸਲ, ਮੈਸੇਟਰ ਮਸਲ ਕਹਿੰਦੇ ਉਹਨੂੰ। ਉਹ ਇੰਨਾ ਸਟਰੋਂਗ ਹੁੰਦਾ ਕਿ ਉਂਗਲ ਪੂਰੀ ਟੁੱਕ ਸਕਦਾ, ਵੱਢ ਸਕਦਾ ਉਂਗਲ। ਉਸ ਰਾਦਰ ਦੈਨ ਇੱਦਾਂ ਜੇ ਕਿਸੇ ਨੂੰ ਹੁੰਦਾ ਉਹਨੂੰ ਟਿਲਟ ਕਰੋ, ਠੀਕ ਹੈ, ਉਹਦੇ ਮੂੰਹ 'ਚ ਉਹਨੂੰ 에ਅਰ ਵੀ ਸਿਕਿਉਰ ਕਰੋ, ਰਾਦਰ ਦੈਨ ਘੇਰਾ ਬਣਾ ਕੇ ਖੜ ਜਾਓ, ਬਾਹਰ ਲੈ ਜਾਓ, ਜੇ ਅੰਦਰ ਹੈ ਤਾਂ ਬਾਹਰ ਲੈ ਜਾਓ, ਹੈ ਨਾ। ਮੈਂ ਪਿੱਛੇ ਵੀ 2-3 ਐਕਸੀਡੈਂਟ ਦੇਖੇ। ਡੋਂਟ ਐਵਰ ਗਿਵ ਸ਼ੂਗਰ ਦੇ ਦਿਓ, ਪਾਣੀ ਦੇ ਦਿਓ, ਕੋਲਡ ਡਰਿੰਕ ਪਿਲਾ ਦਿਓ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈਗਾ ਜਿਹੜਾ ਬੇਹੋਸ਼ ਹੈ ਉਹ ਫੂਡ ਪਾਈਪ 'ਚ ਜਾਣਾ ਹੈ ਜਾਂ ਉਹ ਫੇਫੜੇ 'ਚ ਜਾਣਾ। ਉਹ ਵਿਚਾਰਾ ਜਿਹੜਾ ਬੇਹੋਸ਼ ਹੀ ਹੋ ਗਿਆ, ਉਹਨੂੰ ਕੁਝ ਨਹੀਂ ਪਤਾ ਵਿਚਾਰੇ ਨੂੰ ਜੀ। ਤੇ ਹਾਂਜੀ, ਮੈਂ ਕਰਨ ਡਾਕਟਰ ਜੀ ਤੋਂ ਪੁੱਛਣਾ ਚਾਹੁੰਦਾ, ਡਾਕਟਰ ਸਾਹਿਬ ਜਿਵੇਂ ਹੁਣ ਇਹਨਾਂ ਨੇ ਫੂਡ ਪਾਈਪ ਦੀ ਗੱਲ ਕੀਤੀ ਹੈ, ਕਈ ਵੇਲੇ ਜੇ ਗਲ ਦੀ ਨਸ ਕੱਟ ਜਾਂਦੀ ਹੈ ਤਾਂ ਉਹ ਕਿੰਨਾ ਕੁ ਡੇਂਜਰ ਹੋ ਜਾਂਦਾ ਜੀ? ਦੇਖੋ, ਗਲੇ ਦੀ ਨਸ ਜੇ ਇੱਥੇ ਆਪਾਂ ਕਹੀਏ ਕਰੋਟਿਡ ਜਾਂ ਕੁਝ ਉਹ ਕੱਟ ਗਈਆਂ, ਉਹ ਤਾਂ ਇਮੀਡੀਏਟ ਲਾਈਫ ਸੇਵਿੰਗ ਹੋਣੀ ਚਾਹੀਦੀ, ਕਿਉਂਕਿ ਉਹ ਤਾਂ ਬੰਦਾ 5 ਮਿੰਟਾਂ 'ਚ ਬਲੀਡ ਆਊਟ ਹੋ ਜਾਣਾ। ਅੱਛਾ ਜੀ। ਇੰਨੀ ਉਹ ਹੈਗੀ, ਬ੍ਰੇਨ ਦੀ ਸਾਰੀ ਸਪਲਾਈ ਉੱਤੋਂ ਆ ਉੱਪਰ ਜਾਣੀ, ਤੇ ਜੇ ਉਹਦੀ ਕੋਈ ਇੰਜਰੀ ਹੋ ਗਈ, ਬ੍ਰੇਨ ਦੀ ਸਪਲਾਈ ਵੀ ਉੱਪਰ ਬਿਲਕੁਲ ਜਿਹੜੀ ਜਾ ਰਹੀ ਹੈ ਉਧਰੋਂ ਜਾ ਰਹੀ ਹੈ, ਤੇ ਜੇ ਉਹਦੀ ਇੰਜਰੀ ਆ ਤਾਂ ਉਹਦੇ ਲਈ ਤਾਂ ਇਮੀਡੀਏਟ ਸ਼ਿਫਟਿੰਗ ਹੈ। ਉਹ ਤਾਂ ਹੋ ਸਕਦਾ ਕਿ ਡਿਊਰਿੰਗ ਸ਼ਿਫਟਿੰਗ ਹੀ ਕੋਲੈਪਸ ਹੋ ਜਾਏ ਪੇਸ਼ੈਂਟ। ਡਾਕਟਰ ਸੰਦੀਪ ਜੀ, ਜੇ ਆਪਾਂ IVY ਹਸਪੀਟਲ ਦੀ ਗੱਲ ਕਰੀਏ, ਸਪੋਜ਼ ਕਿਤੇ 2 ਐਕਸੀਡੈਂਟ ਹੋ ਗਏ, ਰੱਬ ਨਾ ਕਰੇ ਵੈਸੇ ਕਿਸੇ ਦਾ ਹੋਵੇ, ਇੱਥੇ ਕੋਈ 2 ਐਮਰਜੈਂਸੀ ਸਿਚੁਏਸ਼ਨ ਆ ਜਾਂਦੀ ਹੈ, ਤਾਂ ਕਿੰਨੀ ਸਮਰੱਥਾ ਹੈ IVY ਕੋ? 2 ਪੇਸ਼ੈਂਟ ਇੱਕ ਟਾਈਮ ਤੇ ਦੇਖਿਆ ਜਾ ਸਕਦਾ? ਬਿਲਕੁਲ ਦੇਖਿਆ ਜਾ ਸਕਦਾ, ਕਿਉਂਕਿ ਸਾਡੇ ਕੋਲ 3 ਆਪਰੇਸ਼ਨ ਥੀਏਟਰ ਹੈ। ਅੱਛਾ ਜੀ। ਔਰ ਐਮਰਜੈਂਸੀ 'ਚ ਆਪਣੇ ਕੋਲ 5 ਬੈੱਡ ਨੂੰ ਪੇਸ਼ੈਂਟ ਨੂੰ ਐਟ ਅ ਟਾਈਮ ਅਸੈਸ ਕਰਨ ਦੇ ਲਈ ਹੈਗੇ। ਐਮਰਜੈਂਸੀ ਮੈਡੀਕਲ ਆਫੀਸਰ ਨਾਲ ਸਾਰੇ ਕੰਸਲਟੈਂਟ ਦੀ ਟੀਮ, और इंटेंसिविस्ट ਵਿੱਚ ਵੀ ਅਸੀਂ 2 ਡਾਕਟਰ ਹੈਗੇ। तो ये सारी जो वर्किंग पैटर्न च ਵਿੱਚ ਅਸੀਂ ਅਗਰ 2 ਤੋਂ ਜ਼ਿਆਦਾ ਵੀ ਅਗਰ 5 ਪੇਸ਼ੈਂਟ ਵੀ ਆ ਜਾਏ ਟਰਾਮਾ ਨਾਲ, ਤਾਂ ਉਹਨਾਂ ਨੂੰ 5 ਨੂੰ ਵੀ ਡੀਲ ਅਸੀਂ ਨਾਲ ਕਰ ਸਕਦੇ ਹਾਂ। ਉਸ ਵਿੱਚ ਟਰਾਇਜ ਹੁੰਦਾ ਹੈ, ਜਦੋਂ ਵੀ ਕੋਈ ਟਰਾਮਾ ਦਾ ਪੇਸ਼ੈਂਟ ਹੁੰਦਾ ਹੈ ਉਹਨੂੰ ਟਰਾਇਜ ਦੇ ਨਾਲ ਚੈੱਕ ਕੀਤਾ ਜਾਂਦਾ ਹੈ ਕਿ ਬਈ ਸਭ ਤੋਂ ਜ਼ਿਆਦਾ ਜੋ ਬਚਣ ਲਾਇਕ ਹੈ ਉਹਨੂੰ ਪਹਿਲੇ ਬਚਾਇਆ ਜਾਏ। ਸਪੋਜ਼ ਕਰੋ 5 ਪੇਸ਼ੈਂਟਾਂ ਚੋਂ 1 ਪੇਸ਼ੈਂਟ ਆਲਮੋਸਟ ਗੋਨ ਹੈ और जो बाकी ਦੇ 3 ਜਾਂ 4 ਜੋ ਬਚਣ ਲਾਇਕ ਹੈ, ਤਾਂ ਸਾਡਾ ਫੋਕਸ ਇਹ ਰਹਿਣਾ ਚਾਹੀਦਾ ਹੈ ਕਿ ਜੋ ਜਿਹਨੂੰ ਲਾਈਫ ਸੇਵਿੰਗ ਕੀ ਜਾ ਸਕਦੀ ਹੈ ਉਹਨਾਂ ਦੀ ਤਰਫ ਜ਼ਿਆਦਾ ਫੋਕਸ ਕੀਤਾ ਜਾਏ ਜੀ। ਸਾਡੀ ਟੀਮ 'ਚ ਵਿੱਚ 5 ਐਮਰਜੈਂਸੀ ਟਰਾਮਾ ਐਟ ਅ ਟਾਈਮ ਕੈਨ ਹੈਂਡਲ ਜੀ। ਵੀ ਕੈਨ ਹੈਂਡਲ, ਜਿੱਦਾਂ ਕਿ ਸਰ ਨੇ ਦੱਸਿਆ ਕਿ ਬਿਲਕੁਲ ਸਭ ਤੋਂ ਇਹਦੇ 'ਚ ਸਭ ਤੋਂ ਜਿਹੜਾ ਮੇਨ ਜਿਹੜਾ ਕੁਐਸਚਨ ਦਾ ਆਨਸਰ ਹੈ ਕਿ ਇਟ ਡਿਪੈਂਡਸ ਕਿ ਉਹਨਾਂ ਨੂੰ ਇੰਜਰੀਜ਼ ਕਿਹੜੀ ਆ, ਹੈ ਨਾ। ਫੋਰ ਐਗਜ਼ਾਮਪਲ ਰੀਸੈਂਟਲੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਇੱਕ ਪੋਲੀਟਰਾਮਾ ਦਾ ਕੇਸ ਹੋਇਆ ਸੀ, ਕਾਰ ਇੰਜਰੀ ਦਾ ਕੇਸ ਹੋਇਆ ਸੀ, ਅਨੰਦਪੁਰ ਸਾਹਿਬ ਤੋਂ ਆ ਰਹੇ ਸੀ ਜੀ ਗੁਰਦਾਸਪੁਰ ਡਿਸਟ੍ਰਿਕਟ ਦੇ। ਉਹਨਾਂ ਦੇ 7 ਫੈਮਿਲੀ ਮੈਂਬਰ ਸੀਗੇ ਐਂਡ ਜਿਹੜੇ 3 ਬੰਦੇ ਸੀਗੇ ਘਰ ਦੇ ਜੀ ਔਨ ਸਪੌਟ ਦੇ ਡਾਈਡ, ਜਿਹੜੇ 4 ਜੀ ਸੀਗੇ ਉਹ ਸਾਡੇ ਕੋਲ ਐਡਮਿਟ ਹੋਏ ਐਂਡ ਸਾਰਿਆਂ ਕੋਲ ਵੱਖਰੇ ਵੱਖਰੇ 1-2 ਐਡਮਿਟ ਸਾਡੇ ਕੋਲ ਹੋਈ। ਬਿਲਕੁਲ, ਦੇ ਆਲ ਹੈਡ ਡਿਫਰੈਂਟ ਕਾਈਂਡ ਆਫ ਇੰਜਰੀਜ਼। ਇੱਕ ਨੂੰ ਹੈਡ ਇੰਜਰੀ ਸੀਗੀ, 2 ਨੂੰ ਮਤਲਬ 1-2 ਜਿਹੜੇ ਸੀਗੇ ਉਹਨਾਂ ਨੂੰ ਲੈਗਸ ਦੀ ਇੰਜਰੀਆਂ ਸੀ ਜਿਹੜੇ ਡਾਕਟਰ ਸਾਹਿਬ ਨੇ ਸਰਜਰੀ ਕੀਤੀ। ਇੱਕ ਨੂੰ ਪੋਲੀਟਰਾਮਾ ਸੀਗਾ, ਉਹਦੇ ਵਿੱਚ ਡਾਕਟਰ ਸਾਹਿਬ ਦਾ ਪੈਨ ਫੇਸ਼ੀਅਲ ਫ੍ਰੈਕਚਰ ਸੀਗੇ ਡਾਕਟਰ ਕਰਨ, ਐਂਡ ਇੰਕਲੂਡਿੰਗ ਵਿਦ ਮੋਡਰੇਟ ਹੈਡ ਇੰਜਰੀ। ਪੇਸ਼ੈਂਟ 5 ਦਿਨ, ਉਹ ਯੰਗ ਕੁੜੀ ਸੀ 16 ਸਾਲ ਦੀ, ਅਨਕੌਂਸ਼ੀਅਸ ਰਹੀ, ਸਟੇਬਲ ਕੀਤਾ। ਸਟੇਬਲ ਕਰਨ ਦੇ ਬਾਅਦ ਸਰ ਨੇ ਉਹਦੀ ਸਰਜਰੀ ਕੀਤੀ ਐਂਡ ਨਾਓ ਪੇਸ਼ੈਂਟ ਦੇ ਆਲ ਆਰ ਆਊਟ ਆਫ ICU। ਕੁਝ ਡਿਸਚਾਰਜ ਹੋ ਗਏ ਆ ਐਂਡ ਕੁਝ ਡਿਸਚਾਰਜ ਹੋਣ ਲੱਗੇ, ਹੈ ਨਾ। ਤੇ ਅਗੇਨ ਇੱਕ ਜਿਹੜਾ ਮੇਰੇ ਕੋਲ ਸੀਗੀ ਉਹਨੂੰ ਮਾਈਲਡ ਹੈਡ ਇੰਜਰੀ ਸੀ, ਉਹ ਵੀ ਡਿਸਚਾਰਜ ਹੋ ਗਿਆ। ਸੋ ਅਗੇਨ ਜਿੱਦਾਂ ਤੁਸੀਂ ਕੁਐਸਚਨ ਪੁੱਛਿਆ, ਡਿਪੈਂਡ ਕਰਦਾ ਹੈ ਕਿ ਇੰਜਰੀਜ਼ ਕਿਹੜੀ ਹੈ। ਫੋਰ ਐਗਜ਼ਾਮਪਲ ਹੁਣ ਮੈਂ ਤੁਹਾਨੂੰ ਕਹਿਣਾ ਕਿ ਇੱਕ ਐਕਸੀਡੈਂਟ ਹੋ ਗਿਆ, 3 ਬੰਦੇ ਆ ਗਏ, ਤਿੰਨਾਂ ਨੂੰ ਸੀਵੀਅਰ ਹੈਡ ਇੰਜਰੀ ਹੈ ਨਾ। ਤੇ ਹੈਡ ਇੰਜਰੀ ਮਤਲਬ ਜੇ ਆਪਰੇਟ ਕਰਨਾ ਹੈ ਤਾਂ ਇਟ ਹੈਜ਼ ਟੂ ਬੀ ਆਪਰੇਟਡ ਵਿਦ ਇਨ ਫਿਊ ਆਵਰਸ ਓਨਲੀ, 2 ਆਵਰਸ 3 ਆਵਰਸ, ਬਿਕੋਜ਼ ਜੇ ਤੁਸੀਂ ਮੈਨੂੰ ਕਹੋ ਕਿ ਡਾਕਟਰ ਸਾਹਿਬ ਹੁਣ 8 ਘੰਟੇ ਹੋ ਗਏ, ਹੁਣ ਇਹਦਾ ਨੰਬਰ ਲਾਓ ਸਰਜਰੀ ਲਈ, then that will be just an exercise। ਉਹਦੇ ਵਿੱਚ ਜੋ ਆਪਾਂ ਰਿਜ਼ਲਟ ਓਰੀਐਂਟੇਸ਼ਨਸ ਦੇ ਮੱਦੇ ਨਾਲ ਜੋ ਸਰਜਰੀ ਕਰਨੀ ਹੈ ਉਹ ਪੇਸ਼ੈਂਟ ਦੀ ਨਹੀਂ ਕਰ ਸਕਦੇ। ਰੀਸੈਂਟਲੀ ਇੱਕ ਇਨਸੀਡੈਂਟ ਹੋਇਆ ਸੀ, 2 ਹੈਡ ਇੰਜਰੀ ਸਵੇਰੇ ਸੀਵੀਅਰ ਆਈ ਸੈਟਰਡੇ ਨੂੰ, both had to be operated on the same time, but
availability of the surgeon and availability of the instruments and everything at a time, only one crucial part, ਕਿਉਂਕਿ ਇਦਾਂ ਨਹੀਂ ਕਰ ਸਕਦੇ ਇੱਕ ਨੂੰ ਲੈ ਜਲੀ ਉਹਦਾ ਅੱਧਾ ਕੰਮ ਕਰਕੇ ਦੂਜੇ ਨੂੰ ਵੀ ਵਿੱਚ ਵਾੜ ਲਈ, ਇਦਾਂ ਨਹੀਂ ਹੁੰਦਾ ਹੈ ਨਾ। तो yes, depends upon injury, yes, depends upon injury, ਮਤਲਬ I have to be very clear and transparent। ਚਲੋ ਡਾਇਗਨੋਸ ਤਾਂ ਕਰ ਲਿਆ ਸੀ ਦੂਜੇ yes resuscitate ਕੀਤਾ, ਪ੍ਰੋਪਰ resuscitate ਕਰਕੇ ਸਟੇਬਲ ਕਰਕੇ ਦੈਨ ਉਹਨੂੰ ਆਪਾਂ ਅੱਗੇ ਬਿਲਕੁਲ। ਵੀਡੀਓ ਤੋਂ ਚੱਲਦੇ ਸਾਨੂੰ ਪੌਜ਼ ਕਰਨਾ ਪਿਆ ਕਿਉਂਕਿ ਡਾਕਟਰ ਗੌਰਵ ਜਿਹੜੇ ਇੱਥੇ ਪਹਿਲਾਂ ਬੈਠੇ ਹੋਏ ਸੀ ਉਹਨਾਂ ਨੂੰ ਇੱਕ ਐਮਰਜੈਂਸੀ ਆ ਗਈ ਔਰ ਉਹਨਾਂ ਨੇ ਇੰਟਰਵਿਊ ਛੱਡ ਕੇ ਪਹਿਲਾਂ ਪੇਸ਼ੈਂਟ ਨੂੰ ਹੈਂਡਲ ਕਰਨਾ ਜ਼ਰੂਰੀ ਸਮਝਿਆ। ਸਰ ਕਰਨ ਜੀ, ਮੈਂ ਤੁਹਾਡੇ ਤੋਂ ਸਵਾਲ ਲੈਣਾ ਚਾਹਾਂਗਾ ਕਿ ਵੇਲੇ ਫੇਸ਼ੀਅਲ ਇੰਜਰੀ ਆ ਜਾਂਦੀ ਹੈ, ਪੇਸ਼ੈਂਟ ਦਾ ਬਹੁਤ ਨੁਕਸਾਨ ਹੋ ਜਾਂਦਾ, ਚਿਹਰੇ ਦਾ ਬਹੁਤ ਕੱਟਸ ਲੱਗ ਜਾਂਦੇ ਆ, ਤਾਂ ਉਹਨੂੰ ਵੀ ਇੱਥੇ ਠੀਕ ਕੀਤਾ ਜਾ ਸਕਦਾ? ਬਿਲਕੁਲ ਜੀ, ਉਹ ਪਲਾਸਟਿਕ ਸਰਜਰੀ ਦੇ ਅੰਡਰ ਹੀ ਹੁੰਦਾ ਹੈ ਸਾਰਾ। ਡਿਸਫਿਗਰਮੈਂਟ ਆਫ ਫੇਸ ਜਿਹੜੀ ਆਪਾਂ ਉਹ ਸਾਰੀ ਇਹਦੇ ਵਿੱਚ ਮੇਰੀ ਸਪੈਸ਼ਲਿਟੀ ਦੇ ਅੰਦਰ ਅਸੀਂ ਹੈਂਡਲ ਕਰਦੇ ਹਾਂ। ਕੋਈ ਵੀ ਫੇਸ਼ੀਅਲ ਇੰਜਰੀ ਹੋਵੇ, ਜੇ ਸਪੋਜ਼ ਆਪਾਂ ਕਹੀਏ ਟਰਾਮਾ ਹੋਇਆ, ਮੂੰਹ ਦੀ ਹੱਡੀਆਂ ਟੁੱਟ ਗਈਆਂ, ਉਹ ਸਾਰਾ ਅਸੀਂ ਅੰਦਰੋਂ ਦੁਬਾਰਾ ਬਣਤਰ ਜਿਹੜੀ ਹੈਗੀ ਪਲੇਟਿੰਗ ਕਰਕੇ ਸਟਿਚਸ ਦੇ ਨਿਸ਼ਾਨ ਤਾਂ ਨਹੀਂ? ਅਸੀਂ ਇੰਟਰਾਓਰਲੀ ਜਾਂਦੇ ਹਾਂ, ਮੂੰਹ ਦੇ ਅੰਦਰੋਂ ਜਾਂਦੇ ਹਾਂ, ਬਾਹਰ ਕੋਈ ਨਿਸ਼ਾਨ ਨਹੀਂ ਹੁੰਦਾ। ਹਾਂ, ਜਿਹੜੇ ਐਕਸੀਡੈਂਟ ਦੇ ਦੌਰਾਨ ਬਾਹਰ ਸੱਟਾਂ ਲੱਗ ਗਈਆਂ, ਬਾਹਰ ਨਿਸ਼ਾਨ ਆਏ ਨੇ, ਉਹਨਾਂ ਦੀ ਵੀ ਅਸੀਂ ਇੱਕ ਤਰੀਕੇ ਨਾਲ ਬਿਲਕੁਲ ਹੀ ਬਾਰੀਕ ਸੂਚਰਿੰਗ ਮਟੀਰੀਅਲ ਯੂਜ਼ ਕਰਕੇ ਆਪਾਂ ਸੂਚਰ ਕਰੀਦੇ ਆ। ਪਲਾਸਟਿਕ ਸਰਜਰੀ ਜਿਹਨੂੰ ਆਪਾਂ ਕਹਿੰਦੇ ਆ ਨਾਰਮਲ, ਉਹਦੇ ਵੀ ਨਿਸ਼ਾਨ ਬਿਲਕੁਲ ਮਿਨੀਮਲ ਆਉਂਦੇ ਆ ਜਿਹੜੇ ਹੁੰਦੇ ਆ। ਤੇ ਕਈ ਵੇਲੇ ਸਰ ਜਿਵੇਂ ਹੱਥ ਕੱਟ ਗਿਆ ਜਾਂ ਕਈ ਵੇਲੇ ਕਿਤੇ ਝਗੜਾ ਹੋ ਜਾਂਦਾ, ਹੱਥ ਕੱਟ ਗਿਆ, ਫਿੰਗਰ ਕੱਟ ਗਈ, ਤਾਂ ਉਹ ਫਿਰ ਇੱਥੇ ਜੁੜ ਸਕਦੀ ਆਪਣੇ ਕੋਲ ਇਲਾਜ ਹੈ? ਬਿਲਕੁਲ, ਰੀਇੰਪਲਾਂਟੇਸ਼ਨ ਆਫ ਫਿੰਗਰਸ, ਥੰਬ ਅਸੀਂ ਇੱਥੇ ਕਿਉਂ ਵਰਕ ਕਰਦੀ ਜਿਵੇਂ ਫਿੰਗਰ? ਬਿਲਕੁਲ, ਮਤਲਬ ਉਹਦੀ ਜਿਹੜੀ ਡਿਪੈਂਡ ਕਰਦਾ ਆਫਟਰਵਰਡ ਫਿਜ਼ੀਓਥੈਰੇਪੀ ਤੇ ਪੇਸ਼ੈਂਟ ਕਿੰਨਾ ਕੰਪਲਾਇੰਟ ਹੈ, ਬਟ ਇਨੀਸ਼ੀਅਲੀ ਜਿਹੜਾ ਆਪਾਂ ਉਹਦਾ ਸੇਵ ਕਰਨਾ ਹੁੰਦਾ ਉਹ ਆਪਾਂ ਇੱਥੇ ਕਰਦੇ ਹਾਂ। ਰੀਇੰਪਲਾਂਟੇਸ਼ਨ ਆਫ ਫਿੰਗਰ, ਜੇ ਕੋਈ ਗਲਾਸ ਕੱਟ ਇੰਜਰੀ, ਕਿਸੇ ਦੇ ਹੱਥ ਤੇ ਦਰਵਾਜ਼ਾ ਟੁੱਟ ਗਿਆ, ਗਲਾਸ ਟੁੱਟ ਗਿਆ, ਇੱਥੋਂ ਨਸਾਂ ਕੱਟ ਜਾਂਦੀਆਂ, ਤਣੇ ਕੱਟ ਜਾਂਦੇ ਆ ਉਂਗਲਾਂ ਦੇ, ਉਹ ਜਿਹੜੀਆਂ ਆਪਾਂ ਨਰਵਸ ਕਹਿੰਦੇ ਜਿਨ੍ਹਾਂ ਨਾਲ ਆਪਾਂ ਨੂੰ ਪਤਾ ਲੱਗਦਾ ਸੈਂਸਰੀ ਮੋਟਰ ਜਿਹੜੇ ਸਾਡੇ ਵਰਕਿੰਗ ਹੁੰਦੀ ਹੈ, ਉਹ ਸਾਰੀਆਂ ਅਸੀਂ ਇੱਥੇ ਰਿਪੇਅਰ ਕਰਦੇ ਹਾਂ ਜੀ। ਡਾਕਟਰ ਪਰਮਜੀਤ ਬਾਰੇ ਜੇ ਗੱਲ ਕਰਾਂ ਤਾਂ ਪਿੱਛੇ ਜੇ ਇੱਕ ਚੱਕਦਾਨੇ ਹਾਦਸਾ ਹੋਇਆ ਸੀਗਾ, ਉਹ ਪੇਸ਼ੈਂਟ ਨੂੰ ਵੀ ਅਸੀਂ ਇੱਥੇ ਲੈ ਕੇ ਆਏ ਸੀ। ਉਦੋਂ ਡਾਕਟਰ ਪਰਮਜੀਤ ਨੇ ਬਹੁਤ ਕਾਈਂਡਨੈਸ ਦਿਖਾਈ, ਉਸ ਪੇਸ਼ੈਂਟ ਦੀ ਜਾਨ ਬਚਾਈ ਸੀਗੀ। ਸਰ ਅਗਰ ਉਹ ਆਪਾਂ ਵਾਕਿਆ ਨੂੰ ਸਾਂਝਾ ਕਰੀਏ ਤਾਂ ਉਹਨਾਂ ਦੀ ਲੱਤ ਕੱਟਣੀ ਪੈ ਗਈ ਸੀ, ਲੇਕਿਨ ਉਹਨਾਂ ਦੀ ਜਾਨ ਬਚ ਗਈ ਕਿਉਂਕਿ ਦੂਜੀ ਲੱਤ ਵਿੱਚ ਮਲਟੀਪਲ ਮੇਰੇ ਖਿਆਲ ਇੰਜਰੀ ਸੀਗੀ, ਇੱਕ ਲੱਤ ਕੱਟਣੀ ਹੀ ਪੈ ਗਈ ਸੀਗੀ। ਜਦੋਂ ਇਦਾਂ ਦੀ ਕਿਤੇ ਸਿਚੁਏਸ਼ਨ ਆ ਜਾਂਦੀ ਹੈ, ਫਿਰ ਉਸ ਸਮੇਂ ਇਮੋਸ਼ਨਲ ਇਨਵੈਸਟਮੈਂਟ ਵੀ ਹੋ ਜਾਂਦੀ ਹੈ ਡਾਕਟਰ ਦੀ, ਕਿਵੇਂ ਪੇਸ਼ੈਂਟ ਨੂੰ ਬਚਾਉਣਾ, ਉਹ ਕਿੰਨਾ ਸਟ੍ਰੈਸਫੁਲ ਹੁੰਦਾ ਤੁਹਾਡੇ ਲਈ? ਦੇਖੋ ਜੀ, ਇਹਦੇ ਵਿੱਚ ਇੱਕ ਕੋਈ ਵੀ ਡਾਕਟਰ ਹੈ, ਮੈਂ ਇਹ ਨਹੀਂ ਕਹਾਂਗਾ ਕਿ ਆਈਵੀ ਹਸਪੀਟਲ 'ਚ, ਬਟ ਇਨ ਜਨਰਲ ਇੱਕ ਡਾਕਟਰ ਦੀ ਟ੍ਰੇਨਿੰਗ ਜਦੋਂ ਹੁੰਦੀ ਹੈ, ਉਹਦੇ ਮਨ ਦੇ ਵਿੱਚ ਐਮਬੈਡ ਕੀਤਾ ਜਾਂਦਾ ਹੈ ਕਿ ਪੇਸ਼ੈਂਟ ਫਸਟ, ਜਿਸ ਦਾ ਮਤਲਬ ਇਹ ਹੈ ਕਿ ਸਾਰਾ ਕੁਝ ਪੇਸ਼ੈਂਟ ਵਾਸਤੇ ਅਸੀਂ ਕਰਨਾ ਹੈਗਾ। ਉਵੇਂ ਜਿਵੇਂ ਤੁਸੀਂ ਐਗਜ਼ਾਮਪਲ ਦਿੱਤਾ ਵੀ ਡਾਕਟਰ ਸਾਹਿਬ ਇੱਕਦਮ ਚਲੇ ਗਏ ਵੀ ਪੇਸ਼ੈਂਟ ਦੀ ਕੋਈ ਪ੍ਰੋਬਲਮ ਆ ਗਈ, ਸੋ ਇਸ ਤਰ੍ਹਾਂ ਦੀ ਡੈਡੀਕੇਸ਼ਨ ਜ਼ਰੂਰੀ ਹੈ। ਇਹ ਚੀਜ਼ ਆਮ ਜਨਤਾ ਵਿੱਚ ਲੋਕਾਂ ਨੂੰ ਸਮਝਣੀ ਜ਼ਰੂਰੀ ਹੈ ਕਿ ਕੋਈ ਵੀ ਡਾਕਟਰ ਕਦੀ ਵੀ ਆਪਣੇ ਪੇਸ਼ੈਂਟ ਦਾ ਬੁਰਾ ਨਹੀਂ ਚਾਹੇਗਾ, ਹੈ ਨਾ। ਉਹ ਹਮੇਸ਼ਾ ਇਹ ਚਾਹੇਗਾ ਕਿ ਮੇਰਾ ਪੇਸ਼ੈਂਟ ਜਿਹੜਾ ਹੈ ਉਹ ਤੰਦਰੁਸਤ ਹੋਵੇ, ਠੀਕ ਹੋਵੇ, ਕਿਸੇ ਤਰ੍ਹਾਂ ਦੀ ਕੋਈ ਉਹਨੂੰ ਅੱਗੇ ਵੀ ਪ੍ਰੋਬਲਮ ਨਾ ਆਵੇ। ਅੱਗੇ ਵੀ ਉਹਨੂੰ ਫੋਲੋ ਅਪ ਕਰਦੇ ਰਹਿੰਦੇ ਆ OPD 'ਚ ਬੁਲਾ ਕੇ। ਸੋ ਇੱਕ ਤਰ੍ਹਾਂ ਦੀ ਡੈਡੀਕੇਸ਼ਨ ਉਹਦੇ ਵਿੱਚ ਇਨਵੈਸਟ ਹੁੰਦੀ ਹੈ। ਸਰ ਜੀ ਕੋਈ ਰੱਬ ਨਾ ਕਰੇ ਐਰਰ ਆ ਜਾਂਦਾ। ਯੈਸ, ਤੁਸੀਂ ਜਿਵੇਂ ਹੁਣ ਐਗਜ਼ਾਮਪਲ ਦਿੱਤਾ ਹੈਗਾ ਵੀ ਉਹ ਇੱਕ ਪੇਸ਼ੈਂਟ ਸੀ ਜਿਨ੍ਹਾਂ ਦੀ ਲੱਤ ਕੱਟਣੀ ਪਈ। ਇਹਦੀ ਲੋਕਾਂ ਦੇ ਵਿੱਚ ਇੱਕ ਧਾਰਨਾ ਇਹ ਹੈ ਵੀ ਡਾਕਟਰਸ ਐਰਰ ਕਰ ਦਿੰਦੇ ਨੇ ਔਰ ਕਾਮਨਲੀ ਐਰਰ ਕਰ ਦਿੰਦੇ ਨੇ। ਐਰਰਸ ਮੈਡੀਕਲ ਫੀਲਡ ਦੇ ਵਿੱਚ ਹੁੰਦੇ ਨੇ, ਸਿਰਫ ਇੰਡੀਆ 'ਚ ਨਹੀਂ, ਪੰਜਾਬ 'ਚ ਨਹੀਂ ਜਾਂ ਨਵਾਂ ਸ਼ਹਿਰ 'ਚ ਨਹੀਂ, ਇੰਟਰਨੈਸ਼ਨਲੀ ਹੁੰਦੇ ਨੇ ਜੀ। ਐਰਰ ਹਰ ਫੀਲਡ 'ਚ ਹੁੰਦੇ ਨੇ। ਉਹ ਫੀਲਡ ਅਸੀਂ ਇੰਜੀਨੀਅਰਿੰਗ ਦੀ ਲੈ ਲਈਏ, ਅਸੀਂ ਕੰਸਟਰਕਸ਼ਨ ਦੀ ਲੈ ਲਈਏ, ਉਹ ਐਰਰ ਇੱਕ ਅਲੱਗ ਚੀਜ਼ ਹੈ। ਬਟ ਸਮਝਣਾ ਇੱਕ ਚੀਜ਼ ਨੂੰ ਬੜਾ ਜ਼ਰੂਰੀ ਹੈ ਕਿ ਜਿਹੜੀ ਹਿਊਮਨ ਬਾਡੀ ਹੈ ਉਹਦੇ ਨਾਲ ਬਹੁਤ ਸਾਰੇ ਇਮੋਸ਼ਨਸ ਜੁੜੇ ਹੁੰਦੇ ਨੇ। ਆਪਣੇ ਕੋਲ ਡਾਕਟਰਸ ਬਹੁਤ ਘੱਟ ਨੇ ਇੰਡੀਆ ਦੇ ਵਿੱਚ ਜੀ। ਅਲਟੀਮੇਟਲੀ ਜਿਹੜੀ ਲੋੜ ਹੈ 1000 ਲੋਕਾਂ ਦੇ ਪਿੱਛੇ ਇੱਕ ਡਾਕਟਰ ਦੀ ਹੈ, ਬਟ ਇੰਡੀਆ ਦੇ ਵਿੱਚ 1 ਲੱਖ ਦੇ ਪਿੱਛੇ ਵੀ ਇੱਕ ਡਾਕਟਰ ਅਵੇਲੇਬਲ ਨਹੀਂ ਹੈ। ਜੇ ਅਸੀਂ ਉਹਨਾਂ ਵਿੱਚ ਵਿਸ਼ਵਾਸ ਨਹੀਂ ਰੱਖਾਂਗੇ ਔਰ ਅਸੀਂ ਉਹਨਾਂ ਦੇ ਉੱਤੇ ਉਂਗਲੀ ਚੱਕਦੇ ਰਵਾਂਗੇ, ਕਿੰਤੂ ਪ੍ਰੰਤੂ ਕਰਾਂਗੇ, ਤੇ ਫਿਰ ਉਹ ਡਾਕਟਰ ਵੀ ਨਿਰਾਸ਼ ਹੋਣਗੇ। ਇਸੇ ਕਰਕੇ ਬਹੁਤ ਸਾਰੇ ਡਾਕਟਰ ਛੱਡ ਕੇ ਬਾਹਰ ਜਾ ਰਹੇ ਨੇ। ਇਹ ਜਿਹੜਾ ਸਾਨੂੰ ਦੇਖਣ ਚ ਆਇਆ ਹੈ। ਪਰ ਜੇ ਐਰਰ ਆ ਜਾਂਦਾ, ਚਲੋ ਰੱਬੋਂ ਆ ਜਾਂਦਾ, ਫਿਰ ਐਰਰ ਦੇ ਵਿੱਚ ਕੁਆਲਿਟੀ ਇੰਪਰੂਵਮੈਂਟ ਹੁੰਦੀ ਹੈ। ਫਿਰ ਕੁਆਲਿਟੀ ਇੰਪਰੂਵਮੈਂਟ ਹੁੰਦੀ ਹੈ। ਸੋ ਐਰਰ ਇੱਕ ਅਲੱਗ ਚੀਜ਼ ਹੈ, ਇੱਕ ਨੈਚੁਰਲ ਕੋਰਸ ਹੈ। ਜਿਵੇਂ ਤੁਸੀਂ ਐਗਜ਼ਾਮਪਲ ਦਿੱਤਾ ਵੀ ਉਹ ਪੇਸ਼ੈਂਟ ਦੀ ਲੱਤ ਕੱਟਣੀ ਗਈ, ਉਹ ਇੱਕ ਨੈਚੁਰਲ ਕੋਰਸ ਆਫ ਪ੍ਰੋਬਲਮ ਜਾਂ ਡਿਜ਼ੀਜ਼ ਸੀ ਵੀ ਉਹਦੀ ਲੱਤ ਦੀ ਸੱਟ ਇੰਨੀ ਸਵੀਅਰ ਸੀ ਕਿ ਉਹਨੂੰ ਬਚਾਇਆ ਹੀ ਨਹੀਂ ਜਾ ਸਕਦਾ। ਮੈਂ ਇੱਥੇ ਆਡੀਅנס ਨੂੰ ਕਲੀਅਰ ਵੀ ਕਰ ਦਵਾਂ, ਉਸ ਸਮੇਂ ਉਹ ਜਿਹੜਾ ਪਰਿਵਾਰ ਸੀਗਾ, ਪਰਿਵਾਰ ਵੀ ਰੋ ਕੇ ਇਹੀ ਕਹਿ ਰਹੇ ਸੀ ਕਿ ਕਿਸੇ ਤਰੀਕੇ ਸਾਡੀ ਮਾਤਾ ਨੂੰ ਬਚਾ ਲਿਆ ਜਾਵੇ। ਵੀ ਲੱਤ ਕੱਟਣੀ ਪੈ ਰਹੀ ਤਾਂ ਕੋਈ ਗੱਲ ਨਹੀਂ, ਪਰ ਮਾਤਾ ਦੀ ਜਾਨ ਬਚਣੀ ਬਹੁਤ ਜ਼ਰੂਰੀ ਹੈ। ਜਾਨ ਸਭ ਤੋਂ ਪਹਿਲਾਂ ਜ਼ਰੂਰੀ ਹੈ। ਕੱਲੀ ਲੱਤ ਬਚਾਉਣ ਵਾਸਤੇ ਅਸੀਂ ਜਾਨ ਨੂੰ ਖਤਰੇ 'ਚ ਨਹੀਂ ਪਾ ਸਕਦੇ, ਕਿਉਂਕਿ ਲੱਤ ਡੈਮੇਜ ਹੀ ਹੋ ਗਈ ਸੀ ਪੂਰੀ, ਕਿਉਂਕਿ ਕ੍ਰਸ਼ ਹੋ ਗਈ ਸੀ। ਐਗਜ਼ੈਕਟਲੀ।
ਇਨ ਕੇਸ ਐਰਰ ਹੁੰਦੇ ਨੇ ਜਾਂ ਕੁਆਲਿਟੀ ਸਾਨੂੰ ਲੱਗਦੀ ਹੈ ਵੀ ਵਧੀਆ ਨਹੀਂ ਹੋ ਰਹੀ ਤਾਂ ਅਸੀਂ ਆਈਵੀ ਹਸਪੀਟਲ ਨਵਾਂ ਸ਼ਹਿਰ ਦੇ ਵਿੱਚ ਰੈਗੂਲਰਲੀ ਕੁਆਲਿਟੀ ਇੰਪਰੂਵਮੈਂਟ ਮੀਟਿੰਗਸ ਕਰਦੇ ਹਾਂ ਐਟਲੀਸਟ ਵਨਸ ਮੰਥਲੀ, ਕਈ ਵਾਰ 2-3 ਵੀ ਹੋ ਜਾਂਦੀਆਂ ਡਿਪੈਂਡਿੰਗ ਅਪਨ ਸਿਚੁਏਸ਼ਨ। ਸੋ ਉਹਦੇ ਵਿੱਚ ਅਸੀਂ ਸਿਰਫ ਇਹ ਨਹੀਂ ਹੈ ਕਿ ਉਹਦਾ ਟ੍ਰੀਟਮੈਂਟ ਪਾਰਟ, ਈਵਨ ਜਿਹੜਾ ਸਪੋਰਟਿੰਗ ਸਟਾਫ ਹੈ ਉਹ ਕਿਵੇਂ ਚੱਲ ਰਿਹਾ, ਕਿ ਨਰਸਿੰਗ ਸਟਾਫ ਦਾ ਕੋਈ ਬਿਹੇਵੀਅਰ 'ਚ ਪ੍ਰੋਬਲਮ ਤਾਂ ਨਹੀਂ ਹੈ, ਕਿ ਸਾਡੇ ਇੰਸਟਰੂਮੈਂਟ ਠੀਕ ਚੱਲ ਰਹੇ ਨੇ, ਉਹਨਾਂ ਦੀ ਵੀ ਡਿਸਕਸ਼ਨ ਹੁੰਦੀ ਹੈ। ਆਪਾਂ ਸਿਰਫ ਅੱਜ 5 ਡਾਕਟਰ ਜਾਂ 6 ਡਾਕਟਰ ਜਿਹੜੇ ਟਰਾਮਾ ਟੀਮ ਦੀ ਗੱਲ ਕਰ ਰਹੇ ਹਾਂ, ਐਕਚੁਅਲ ਵਿੱਚ ਪਿੱਛੇ ਸਪੋਰਟਿੰਗ ਸਟਾਫ ਜਿਹੜੀ ਹੈ ਉਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਸਾਡੇ ਕੋਲ ਆਈਵੀ ਹਸਪੀਟਲ ਨਵਾਂ ਸ਼ਹਿਰ 'ਚ 120 ਪਲੱਸ ਨਰਸਿੰਗ ਸਟਾਫ ਹੈ, GDS ਸਟਾਫ ਸਾਡੇ ਕੋਲ 50 ਪਲੱਸ ਹੈ। ਅਸੀਂ ਇਕੱਲੇ 5 ਡਾਕਟਰ ਵੀ ਕੁਝ ਨਹੀਂ ਕਰ ਸਕਦੇ ਜਦੋਂ ਤੱਕ ਉਹ ਸਾਡੇ ਕੋਲ ਸਾਰਾ ਕੁਝ ਅਵੇਲੇਬਿਲਿਟੀ ਨਾ ਹੋਵੇ। ਤਾਂ ਇਹ ਚੀਜ਼ਾਂ ਵੀ ਜ਼ਰੂਰੀ ਨੇ। ਸੋ ਕੁਆਲਿਟੀ ਇੰਪਰੂਵਮੈਂਟ ਇਜ਼ ਮਸਟ। ਔਰ ਇੱਕ ਵੱਡੇ ਹਸਪਤਾਲ ਜਿੱਥੇ ਟਰਾਮਾ ਸੈਂਟਰ ਹੈ ਉਹਦੀ ਇਹ ਇੰਪੋਰਟੈਂਸ ਵੀ ਬਣਦੀ ਹੈ ਔਰ ਇਹ ਜਾਗਰੂਕਤਾ ਲੋਕਾਂ 'ਚ ਹੋਣੀ ਚਾਹੀਦੀ ਹੈ ਵੀ ਜੇ ਜ਼ਿਆਦਾ ਇੰਜਰੀ ਹੈ ਤਾਂ ਇੱਕ ਅੱਛੇ ਹਸਪਤਾਲ 'ਚ ਜਿੱਥੇ ਮਲਟੀਪਲ ਡਾਕਟਰਸ ਟਰਾਮਾ ਟੀਮ ਹੈ, ਆਪਾਂ ਅੱਜ ਐਕਸੀਡੈਂਟ ਦੀ ਗੱਲ ਕਰ ਰਹੇ ਹਾਂ, ਜੇ ਜ਼ਿਆਦਾ ਸੱਟ ਲੱਗ ਰਹੀ ਹੈ, ਬੇਹੋਸ਼ੀ ਆ ਰਹੀ ਹੈ ਤਾਂ ਇਮੀਡੀਏਟਲੀ ਵੱਡੇ ਸੈਂਟਰ 'ਚ ਲੈ ਕੇ ਜਾਓ ਰਾਦਰ ਦੈਨ ਇਹ ਸੋਚਦੇ ਹੋਏ ਵੀ ਲਾਗੇ ਦੇ ਲਿਜਾ ਕੇ ਹਸਪੀਟਲ 'ਚ ਅਸੀਂ ਉਹਦੀ ਜਾਨ ਬਚਾ ਸਕਦੇ ਹਾਂ, ਉਹਦਾ ਕੋਈ ਬਹੁਤਾ ਬੈਨੀਫਿਟ ਨਹੀਂ। ਅੱਛਾ ਸਰ, ਇੱਕ ਮੈਂ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ ਕਿ ਕਈ ਵੇਲੇ ਪੇਸ਼ੈਂਟ ਜਿਹੜਾ ਬੜਾ ਡੀਮੋਰਲਾਈਜ਼ ਹੋ ਕੇ ਆਇਆ, ਉਹਦਾ ਪਰਿਵਾਰ ਵੀ ਜਿਹੜਾ ਬੜਾ ਘਬਰਾਇਆ ਹੁੰਦਾ, ਜਦੋਂ ਪੇਸ਼ੈਂਟ ਦੂਜੇ ਤੀਜੇ ਦਿਨ ਰਿਕਵਰ ਹੋ ਕੇ ਠੀਕ ਹੋ ਜਾਂਦਾ, ਜਦੋਂ ਉਹਨੂੰ ਮਿਲਦੇ ਹੋ ਫਿਰ ਕਿੰਨੀ ਕੁ ਸੈਟੀਸਫੈਕਸ਼ਨ ਮਿਲਦੀ ਹੈ ਕਿ ਲਾਈਫ ਬਚਾ ਲਈ ਇਹਦੀ? ਜੀ, ਇਹਦੇ ਨਾਲੋਂ ਵਧੀਆ ਖੁਸ਼ੀ ਦੀ ਗੱਲ ਸਾਡੇ ਵਾਸਤੇ ਨਹੀਂ ਹੁੰਦੀ ਜਦੋਂ ਪੇਸ਼ੈਂਟ ਕਹਿੰਦਾ ਕਿ ਹੱਥ ਸਾਡਾ ਫੜ ਕੇ ਕਹਿੰਦਾ ਕਿ ਡਾਕਟਰ ਸਾਹਿਬ ਤੁਸੀਂ ਬਚਾ ਲਈ, ਮਤਲਬ ਅਥਰੂ ਹੁੰਦੇ ਕਈ ਵਾਰੀ ਉਹਨਾਂ ਦੇ ਅੱਖਾਂ 'ਚ। ਲਿਟਰਲੀ ਅਸੀਂ ਉਹਨਾਂ ਸਾਹਮਣੇ ਤਾਂ ਸ਼ੋਅ ਨਹੀਂ ਕਰ ਸਕਦੇ ਪਰ ਸਾਡੇ ਇਮੋਸ਼ਨਸ ਵੀ ਪੂਰੇ ਹਾਈ ਲੈਵਲ 'ਤੇ ਹੁੰਦੇ ਆ ਕਿ ਸਾਨੂੰ ਉਹ ਥੈਂਕਫੁਲ ਨੇ ਔਰ ਉਹ ਟਾਈਮ ਹੁੰਦਾ ਜਿਹਦੇ ਵਾਸਤੇ ਅਸੀਂ ਇੰਨੀ ਦੇਰ ਤੋਂ ਪੜ੍ਹਾਈ ਕਰਕੇ ਔਰ ਆਪਣਾ ਸਾਰਾ ਟਾਈਮ ਪਲੱਸ ਪੈਸਾ ਡਿਵੋਟ ਕਰਕੇ ਸਟੱਡੀਜ਼ ਕਰਕੇ ਉਸ ਲੈਵਲ ਤੱਕ ਪਹੁੰਚਿਆ ਔਰ ਉਸ ਤੋਂ ਔਸਮ ਫੀਲਿੰਗ ਇੰਗਲਿਸ਼ ਕਹਿੰਦੇ ਆ ਵੀ ਉਹ ਨਹੀਂ ਹੋ ਸਕਦੀ। ਸੋ ਦੈਟ ਇਜ਼ ਅ ਬੈਸਟ ਟਾਈਮ ਜੀ। ਅੱਛਾ, ਮੈਂ ਸਰ ਕਾਮਨਲੀ ਇੱਕ ਸਵਾਲ ਪੁੱਛਣਾ ਚਾਹਾਂਗਾ। ਹੁਣ ਤੁਸੀਂ ਤਾਂ ਬੜੇ ਅੱਛੇ ਪਿਆਰ ਨਾਲ ਗੱਲ ਕਰ ਰਹੇ ਹੋ, ਬੜੀ ਹਲੀਮੀ ਨਾਲ ਗੱਲ ਕਰ ਰਹੇ ਹੋ, ਕਈ ਵੇਲੇ ਡਾਕਟਰ ਬੜੇ ਅੱਖੜ ਹੋ ਜਾਂਦੇ ਆ, ਬੜੇ ਰੂਡ ਹੋ ਜਾਂਦੇ ਆ। ਹੁਣ ਕਈ ਵੇਲੇ ਪੇਸ਼ੈਂਟ ਬੜਾ ਦਿੱਕਤ 'ਚ ਹੁੰਦਾ, ਉਹ ਬੋਲ ਨਹੀਂ ਰਿਹਾ ਹੁੰਦਾ, ਅਨਕੌਂਸ਼ੀਅਸ ਹੁੰਦਾ, ਫੈਮਿਲੀ ਘਬਰਾਈ ਹੁੰਦੀ ਆ, ਤਾਂ ਉਸ ਸਮੇਂ ਫੈਮਿਲੀ ਦਾ ਤੁਸੀਂ ਕਿੰਨਾ ਕੁ ਸਹਿਯੋਗ ਕਰਦੇ, ਫੈਮਿਲੀ ਨਾਲ ਕਿੰਨਾ ਕੁ ਕੋਆਪਰੇਟ ਕਰਦੇ ਜੇ ਕੋਈ IVY ਵਿੱਚ ਪੇਸ਼ੈਂਟ ਨੂੰ ਲੈ ਕੇ ਆਉਂਦਾ? ਦੇਖੋ, ਇਹੀ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਉਸ ਵੇਲੇ ਕਿ ਪੇਸ਼ੈਂਟ ਤਾਂ ਜੋ ਸਸਟੇਨ ਕਰ ਚੁੱਕਾ ਇੰਜਰੀ ਉਹ ਕਰ ਚੁੱਕਾ, ਹਾਊ ਟੂ ਹੈਂਡਲ ਦਾ ਫੈਮਿਲੀ, ਹਾਊ ਟੂ ਕਾਮ ਦੈਮ ਡਾਊਨ। ਬੇਸਿਕਲੀ ਇਹ ਹੁੰਦਾ ਜਦੋਂ ਵੀ ਪੇਸ਼ੈਂਟ ਆਉਂਦੇ ਆ, ਸਾਡੇ ਇੱਥੇ ਪ੍ਰੋਪਰ ਕਾਉਂਸਲਿੰਗ ਰੂਮਸ ਬਣੇ ਹੋਏ ਆ, ਸਾਡਾ ਸਟਾਫਸ ਵੀ ਟ੍ਰੇਨਡ ਨੇ। ਅਸੀਂ ਆਪਣੇ ਪੇਸ਼ੈਂਟ ਦੀ ਜਿਹੜਾ ਅਸੀਂ ਕਰਨਾ ਸਾਡੇ ਅੰਡਰ ਐਡਮਿਟ ਹੋਇਆ ਉਹਦੀ ਅਸੀਂ ਆਪ ਕਾਉਂਸਲਿੰਗ ਕਰਦੇ ਹਾਂ, ਉਹਨਾਂ ਦੇ ਅਟੈਂਡੈਂਟਸ ਦੀ ਇੱਕ ਇੱਕ ਚੀਜ਼ ਉਹਨਾਂ ਨੂੰ ਦੱਸੀ ਜਾਂਦੀ ਹੈ। ਕਿਉਂਕਿ ਇਹਦਾ ਸਰ ਪੇਸ਼ੈਂਟ, ਮੈਂ ਸੌਰੀ ਤੁਹਾਨੂੰ ਟੋਕਿਆ, ਪੇਸ਼ੈਂਟਸ ਦਾ ਨਾਰਮਲੀ ਸਾਡੇ ਏਰੀਆ ਵਿੱਚ ਇਹ ਖਦਸ਼ਾ ਰਹਿ ਜਾਂਦਾ ਕਿ ਡਾਕਟਰ ਨੇ ਮੈਨੂੰ ਸੱਚਾਈ ਨਹੀਂ ਦੱਸੀ, ਮੈਨੂੰ ਦੱਸਿਆ ਨਹੀਂ ਕਿੱਥੇ ਸੱਟ ਸੀ, ਕਿੱਥੇ ਪ੍ਰੋਬਲਮ ਸੀ, ਹੁਣ 2 ਦਿਨ ਬਾਅਦ ਕੋਈ ਹੋਰ ਸਿਚੁਏਸ਼ਨ ਦੱਸਣ ਲੱਗ ਪਿਆ, ਤਾਂ ਇਦਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ? ਦੇਖੋ, ਸਿਚੁਏਸ਼ਨ ਜਿਹੜੀ ਹੁੰਦੀ ਆ ਉਹ ਪੇਸ਼ੈਂਟ ਦੀ ਡੇਲੀ ਚੇਂਜ ਹੁੰਦੀ ਹੈ। ਜਿਸ ਚੀਜ਼ ਨਾਲ ਉਹ ਆਇਆ ਉਸ ਚੀਜ਼ ਦੀ ਪਹਿਲਾਂ ਸਾਨੂੰ ਜਾਣਕਾਰੀ ਜ਼ਰੂਰੀ ਹੁੰਦੀ ਆ। ਅਸੀਂ ਬੈਠ ਕੇ ਜੋ ਵੀ ਅਸੀਂ ਵੀਡੀਓ ਕਾਉਂਸਲਿੰਗ ਰੂਮ 'ਚ ਕਰੀਦਾ ਸਾਰਾ ਕੁਝ, ਪੇਸ਼ੈਂਟ ਨੂੰ ਰਿਕਾਰਡਿੰਗ ਦੇ ਅੰਡਰ ਹੀ ਸਮਝਾਈਦਾ ਸਭ ਕੁਝ ਅਟੈਂਡੈਂਟ ਨੂੰ ਕਿ ਇਹ ਚੀਜ਼ ਹੋ ਰਹੀ ਹੈ, ਤੁਹਾਡੇ ਪੇਸ਼ੈਂਟ ਨਾਲ ਐਂ ਹੈਗਾ, ਤੇ ਕਲੀਅਰ ਕੱਟ ਉਹ ਉਹਨਾਂ ਦੀ ਜਦੋਂ ਸੈਟੀਸਫਾਈ ਹੁੰਦੇ ਆ ਤਦ ਹੀ ਅਸੀਂ ਉੱਥੋਂ ਉੱਠੀਦਾ। ਜਦੋਂ ਉਹ ਹਾਮੀ ਭਰਦੇ ਆ ਕਿ ਵੀ ਤੁਸੀਂ ਕੰਟੀਨਿਊ ਕਰੋ ਇਲਾਜ ਸਾਡਾ ਅੱਗੇ, ਅਸੀਂ ਤਦ ਹੀ ਅੱਗੇ ਨਾਲ ਸਾਰਾ ਦੱਸ ਕੇ ਪ੍ਰੋਸੀਡ ਕਰੀਏ। ਪਰ ਉਹ ਬਹੁਤ ਸਵਿਫਟਲੀ ਕਰਨਾ ਪੈਂਦਾ ਹੁਣ? ਸਵਿਫਟਲੀ ਕਰੀਦਾ ਬਿਲਕੁਲ। ਇਹੋ ਜਿਹਾ ਕੁਝ ਇੱਥੇ ਆਈ ਡੋਂਟ ਨੋ, ਇੱਥੇ ਸਾਡੇ ਹਸਪੀਟਲ ਦੇ ਜਿੰਨੇ ਵੀ ਡਾਕਟਰਸ ਆ, ਸਾਨੂੰ ਟੱਚਵੁੱਡ ਹਲੇ ਤੱਕ ਪੇਸ਼ੈਂਟਸ ਨਾਲ ਤਾਂ ਕੋਈ 5 ਸਾਲ ਹੋ ਗਏ, ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਅੱਜ ਤੱਕ ਕੋਈ ਵੀ ਪੇਸ਼ੈਂਟ ਨਾਲ ਇਹੋ ਜਿਹਾ ਐਕਸਪੀਰੀਅੰਸ ਨਹੀਂ ਰਿਹਾ ਕਿ ਵੀ ਜਿਹੜਾ ਕਿਹਾ ਹੋਵੇ ਕਿ ਡਾਕਟਰ ਸਾਹਿਬ ਨੇ ਸਾਨੂੰ ਕੁਝ ਵੀ ਗਲਤ ਸਮਝਾਇਆ ਜਾਂ ਕੁਝ ਸਮਝਾਇਆ, ਤੇ ਕਦੀ ਵੀ ਇਹੋ ਜਿਹੀ ਕੋਈ ਇੰਸਟੈਂਸ ਨਹੀਂ ਹੋਈ ਕਿ ਵੀ ਪੇਸ਼ੈਂਟ ਨਾਲ ਅਸੀਂ ਔਖੇ ਹੋਏ ਹਾਂ ਜਾਂ ਪੇਸ਼ੈਂਟ ਸਾਡੇ ਨਾਲ ਔਖਾ ਹੋਇਆ ਹੋਵੇ। ਬਿਲਕੁਲ ਹੀ ਜੋ ਉਹਨਾਂ ਦੀ ਭਾਸ਼ਾ ਦੇ ਵਿੱਚ ਜਿੱਦਾਂ ਉਹਨਾਂ ਨੇ ਸੁਣਨਾ ਸਮਝਾਉਣਾ ਉਹਨਾਂ ਨੂੰ ਉੱਦਾਂ ਹੀ ਸਮਝਾਇਆ ਜਾਂਦਾ। ਠੀਕ ਹੈ। ਵੈਸੇ ਸਰ ਪੇਸ਼ੈਂਟ ਦੀ ਵਿਲ ਪਾਵਰ ਵੀ ਸਟਰੋਂਗ ਹੋਣੀ ਚਾਹੀਦੀ ਨਾ ਕਿ ਮੈਂ ਠੀਕ ਹੋਣਾ ਹੈ। ਕਈ ਵੇਲੇ ਬੰਦਾ ਹਿੰਮਤ ਛੱਡ ਦਿੰਦਾ ਤਾਂ ਉਹਦੇ ਵਿੱਚ ਪ੍ਰੋਬਲਮ ਆਉਂਦੀ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ। ਵਿਲ ਪਾਵਰ ਡਾਇਰੈਕਟਲੀ ਬ੍ਰੇਨ ਦੇ ਨਾਲ ਰਿਲੇਟਡ ਹੈ। ਜੇ ਪੇਸ਼ੈਂਟ ਵਿਲ ਪਾਵਰ ਛੱਡ ਦਿੰਦਾ ਹੈ, ਸਭ ਤੋਂ ਪਹਿਲਾਂ ਤਾਂ ਉਹ ਖਾਣਾ ਪੀਣਾ ਛੱਡ ਦਿੰਦਾ। ਜੇ ਖਾਣਾ ਪੀਣਾ ਨਹੀਂ ਖਾਏਗਾ ਸਰੀਰ ਨੂੰ ਲੱਗੇਗਾ ਨਹੀਂ। ਜੇ ਆਪਾਂ ਡਾਇਰੈਕਟ ਕੋਰਿਲੇਸ਼ਨ ਇੱਕ ਸਾਇੰਟੀਫਿਕ ਤਰੀਕੇ ਨਾਲ ਕਹੀਏ ਵੀ ਵਿਲ ਪਾਵਰ ਦੀ ਇੰਪੋਰਟੈਂਸ ਕੀ ਹੈ, ਉਹ ਕਿੱਦਾਂ ਠੀਕ ਹੁੰਦਾ। ਜੇ ਵਿਲ ਪਾਵਰ ਛੱਡਤੀ, ਉਹਨੇ ਐਕਸਰਸਾਈਜ਼ ਨਹੀਂ ਕਰਨੀ ਜਿਹੜੀ ਉਹਨੂੰ ਲੋੜ ਹੋਏਗੀ, ਫਿਜ਼ੀਓਥੈਰੇਪੀ ਜਿਹਨੂੰ ਕਹਿੰਦੇ ਨੇ। ਮੰਨ ਲਓ ਆਪਾਂ ਟਰਾਮਾ ਦੀ ਗੱਲ ਕਰ ਰਹੇ ਹਾਂ ਵੀ ਉਹਨੂੰ ਅੱਜ ਟਰੀਟ ਕਰ ਦਿੱਤਾ ਪਰ ਉਹਨੇ ਵਿਲ ਪਾਵਰ ਛੱਡੀ ਹੋਈ ਹੈ, ਉਹ ਆਪਣੀ ਫਿਜ਼ੀਓਥੈਰੇਪੀ ਨਹੀਂ ਕਰ ਰਿਹਾ, ਉਹ ਖਾਣਾ ਪੀਣਾ ਨਹੀਂ ਖਾ ਰਿਹਾ, ਤਾਂ ਲੱਗੇਗਾ ਕੀ ਸਰੀਰ ਨੂੰ। ਲੇਕਿਨ ਔਨ ਦਾ ਕੰਟਰਰੀ ਜੇ ਵਿਲ ਪਾਵਰ ਬਹੁਤ ਸਟਰੋਂਗ ਹੈ ਤਾਂ ਅਸੀਂ ਐਵੇਂ ਦੇ ਪੇਸ਼ੈਂਟ ਵੀ ਬਚਦੇ ਦੇਖੇ ਆ। ਅਸੀਂ ਐਵੇਂ ਦੇ ਪੇਸ਼ੈਂਟ ਵੀ ਬਚਦੇ ਦੇਖੇ ਆ ਜਿਹੜੇ ਸਾਨੂੰ ਲੱਗ ਰਿਹਾ ਸੀ ਪੇਸ਼ੈਂਟ ਸਿੱਕ ਹੋ ਰਿਹਾ ਐਂਡ ਇਹ ਜ਼ਿਆਦਾ ਕੰਪਲਿਕੇਟਿਡ ਕੇਸ ਹੋ ਰਿਹਾ, ਜਿਹਦੇ ਵਿੱਚ ਉਮੀਦ ਜਿਹੜੀ ਹੈ ਕਈ ਵਾਰੀ ਘਟ ਜਾਂਦੀ ਹੈ, ਬਟ ਵਿਲ ਪਾਵਰ ਦੇ ਨਾਲ ਪੇਸ਼ੈਂਟ ਬਿਲਕੁਲ ਠੀਕ ਹੋ ਜਾਂਦਾ। ਜਾਂਦੇ ਜਾਂਦੇ ਸਰ ਸਾਡੀ ਆਡੀਅנס ਨੂੰ ਇੱਕ ਵਾਰੀ ਐਡਰੈਸ ਕਲੀਅਰ ਕਰ ਦਿਓ ਔਰ ਇੱਕ ਵਾਰੀ ਉਹਨਾਂ ਨੂੰ
ਜਿਹੜੀ ਤੁਸੀਂ ਐਡਵਾਈਸ ਵੀ ਕਰ ਦਿਓ, ਇੱਕ ਸਲਾਹ ਵੀ ਦੇ ਦਿਓ ਕਿ ਜੇਕਰ IVY ਹਸਪੀਟਲ ਆਉਂਦੇ ਤਾਂ ਕੋਆਪਰੇਸ਼ਨ ਕੋਆਰਡੀਨੇਸ਼ਨ ਪੂਰੀ ਮਿਲੇਗੀ। ਜੀ, ਸੋ IV ਹਸਪੀਟਲ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਦੇ ਉੱਤੇ ਐਸਟੈਬਲਿਸ਼ਡ ਹੈ। ਲਗਭਗ 10 ਸਾਲ ਤੋਂ ਇਹ ਹਸਪੀਟਲ ਐਸਟੈਬਲਿਸ਼ ਜਦੋਂ ਹੋਇਆ ਸੀ ਉਦੋਂ ਤੋਂ ਸਰਵਿਸਿਜ਼ ਦੇ ਰਿਹਾ ਔਰ ਇੱਥੇ ਟਰਾਮਾ ਟੀਮ ਜਿਹਦੇ ਵਿੱਚ 6-7 ਤਰ੍ਹਾਂ ਦੇ ਡਾਕਟਰਸ ਪਲੱਸ ਸਪੋਰਟਿੰਗ ਸਟਾਫ ਅਵੇਲੇਬਲ ਹੈ। ਔਰ ਜਿਹੜਾ ਲਾਸਟ ਮੈਸੇਜ ਮੈਨੂੰ ਕਿਉਂਕਿ ਆਪਾਂ ਐਕਸੀਡੈਂਟ ਦੀ ਗੱਲ ਕਰ ਰਹੇ ਹਾਂ ਤਾਂ ਐਕਸੀਡੈਂਟ ਕੇਸਿਸ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ, ਜੇ ਤੁਹਾਨੂੰ ਲੱਗ ਰਿਹਾ ਕਿ ਸੱਟ ਥੋੜੀ ਹੈ ਤਾਂ ਤੁਸੀਂ ਇੱਕ ਛੋਟੇ ਹਸਪਤਾਲ ਜਾਓ। ਅਦਰਵਾਈਜ਼ ਜੇ ਸਵੀਅਰਿਟੀ ਆਫ ਇੰਜਰੀ ਜ਼ਿਆਦਾ ਹੈ ਤਾਂ ਇੱਕ ਅੱਛੇ ਹਸਪਤਾਲ ਲਾਗੇ ਦੇ, ਜਿਸ 'ਚ ਨਵਾਂ ਸ਼ਹਿਰ ਦੇ ਵਿੱਚ IV ਹਸਪੀਟਲ ਸਭ ਤੋਂ ਇੱਕ ਅੱਛਾ ਹਸਪੀਟਲ ਹੈ, ਇੱਥੇ ਜ਼ਰੂਰ ਲੈ ਕੇ ਆਓ ਕਿਉਂਕਿ ਉਹਦੇ ਨਾਲ ਕੀ ਹੋਏਗਾ ਕਿ ਉਹ ਸਾਡਾ ਇੱਕ ਡਿਸੀਜਨ ਦੇ ਨਾਲ ਪੇਸ਼ੈਂਟ ਦੀ ਜਾਨ ਬਚ ਵੀ ਸਕਦੀ ਹੈ ਔਰ ਅਸੀਂ ਉਹਨੂੰ ਖਤਰੇ 'ਚ ਵੀ ਪਾ ਸਕਦੇ ਹਾਂ। ਜੀ ਕਰਨ ਜੀ। ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਇਹਦੇ ਵਿੱਚ ਇਹੀ ਮੈਂ ਐਡ ਕਰਨਾ ਚਾਹਾਂਗਾ ਕਿ ਟਾਈਮਲੀ ਜੇ ਤੁਸੀਂ ਪੇਸ਼ੈਂਟ ਨੂੰ ਇੱਥੇ ਲੈ ਕੇ ਆਉਂਦੇ ਹੋ ਤਾਂ ਤੁਸੀਂ ਉਹਦੀ ਜਾਨ ਬਚਾਉਣ 'ਚ ਤੁਹਾਡਾ ਸਭ ਤੋਂ ਵੱਡਾ ਕੰਟਰੀਬਿਊਸ਼ਨ ਹੋਏਗਾ ਕਿ ਜੇ ਤੁਸੀਂ ਅਸੈਸ ਕਰਕੇ ਉਹਨੂੰ ਇੱਕ ਪਾਰਟਿਕੂਲਰ ਥਾਂ ਤੇ IV ਹਸਪੀਟਲ ਦੇ ਵਿੱਚ ਲੈ ਕੇ ਆ ਗਏ ਹੋ ਤੇ ਇੱਕ ਛੱਤ ਥੱਲੇ ਉਹਦਾ ਇਲਾਜ ਹੋ ਗਿਆ ਤੇ ਉਹ ਠੀਕ ਹੋਏਗਾ ਤਾਂ ਉਹਦੇ ਵਿੱਚ ਜਿਹੜਾ ਮੇਨ ਰੋਲ ਪਲੇ ਜਿਹੜਾ ਫਸਟ ਅਟੈਂਡੈਂਟ ਆ ਜਿਹੜਾ ਲੈ ਕੇ ਆਇਆ ਉਹਦਾ ਹੀ ਹੋਏਗਾ। ਤਾਂ ਮੈਂ ਵੀਡੀਓ ਨੂੰ ਰੈਪ ਅਪ ਕਰਾਂ ਉਸ ਤੋਂ ਪਹਿਲਾਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਅੱਜ ਤੋਂ ਪਹਿਲਾਂ ਮੈਂ ਵੀ ਅਵੇਅਰ ਨਹੀਂ ਸੀ ਕਿ IVY ਹਸਪੀਟਲ ਵਿੱਚ ਟਰੋਮਾ ਸੈਂਟਰ ਹੈਗਾ ਔਰ ਬੜੀ ਵਾਰ ਮੈਂ ਆਪਣੇ ਲਾਈਵ ਸੈਸ਼ਨ ਵਿੱਚ ਸਰਕਾਰਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਸਰਕਾਰੀ ਟਰੋਮਾ ਸੈਂਟਰ ਚਾਹੀਦਾ, ਬਟ ਫਿਰ ਵੀ ਜੇ ਇੱਥੇ ਅਵੇਲੇਬਿਲਿਟੀ ਹੈਗੀ ਹੈ, ਟਰੋਮਾ ਸੇਵੀਅਰ ਸੇ ਬੈਠੇ ਆ, ਰੱਬ ਨਾ ਕਰੇ ਤੁਹਾਡੇ ਤੇ ਕਿਸੇ ਤੇ ਵੀ ਕੋਈ ਐਮਰਜੈਂਸੀ ਦੀ ਸਿਚੁਏਸ਼ਨ ਆਵੇ, ਪਰ ਜੇ ਕਿਤੇ ਐਮਰਜੈਂਸੀ ਦੀ ਸਿਚੁਏਸ਼ਨ ਆ ਜਾਂਦੀ ਹੈ ਤਾਂ ਨੰਬਰ ਫਲੈਸ਼ ਕਰ ਰਿਹਾ। ਜਿਵੇਂ ਡਾਕਟਰ ਪਰਮਜੀਤ ਜੀ ਨੇ ਦੱਸਿਆ ਕਿ ਜੇ ਸੱਟ ਘੱਟ ਹੈ ਤਾਂ ਤੁਸੀਂ ਨੇੜੇ ਕਿਸੇ ਹਸਪੀਟਲ ਵਿੱਚ ਜਾ ਸਕਦੇ ਹੋ, ਪਰ ਜੇ ਲੱਗਦਾ ਸੱਟ ਸੀਵੀਅਰ ਹੈ, ਬੰਦਾ ਅਨਕੌਂਸ਼ੀਅਸ ਹੋ ਰਿਹਾ ਹੈ, ਬੰਦਾ ਡੇਂਜਰ ਵਿੱਚ ਜਾ ਰਿਹਾ ਹੈ, ਤਾਂ ਤੁਸੀਂ ਜਿਹੜੇ ਨੰਬਰ ਫਲੈਸ਼ ਕਰ ਰਹੇ ਇਹਨਾਂ ਤੇ ਕਾਲ ਕਰਕੇ ਜ਼ਰੂਰ ਐਂਬੂਲੈਂਸ ਨੂੰ ਬੁਲਾ ਸਕਦੇ ਹੋ ਔਰ ਇੱਥੇ ਜਿਹੜੀ ਟੀਮ ਹੈ ਤੁਹਾਡੇ ਪੇਸ਼ੈਂਟ ਦੀ, ਤੁਹਾਡੇ ਮਰੀਜ਼ ਦੀ ਜਾਨ ਬਚਾਉਣ ਲਈ ਜਿਹੜੀ ਵਚਨਬੱਧ ਹੈ। ਉਮੀਦ ਹੈ ਕਿ ਜਿਹੜੀ ਅਵੇਅਰਨੈਸ ਅਸੀਂ ਲਿਆਉਣ ਦੀ ਇਸ ਵੀਡੀਓ ਵਿੱਚ ਕੋਸ਼ਿਸ਼ ਕੀਤੀ ਉਹ ਤੁਹਾਡੇ ਤੱਕ ਪਹੁੰਚੀ ਹੋਵੇਗੀ ਔਰ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ। ਸਮਾਂ ਕੱਢੇ ਸਰ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਥੈਂਕ ਯੂ ਸਰ।